ਪੂਰੇ ਕਰਾਊਡ ਵਿੱਚੋਂ ਅਲੱਗ ਖੜੇ ਹੋਣਾ ਆਪਣੀ ਇੱਕ ਡਿਫਰੈਂਟ ਸੋਚ ਦੇ ਨਾਲ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਇੱਕ 7-8 ਲੋਕਾਂ ਦਾ ਬੋਰਡ ਮੈਂਬਰ ਬਣਾ ਲੈਂਦੇ ਆ ਕਿ ਇਹ ਵੀ ਮੇਰੇ ਨਾਲ ਲੱਗ ਜਾਣ ਇਹ ਵੀ ਤੇ ਉਹ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਉਹ ਇੱਕ ਜਿਹੜੀ ਪਰਸਨੈਲਿਟੀ ਹੁੰਦੀ ਹੈ ਉਹ ਆਪਣੇ ਆਪ ਵਿੱਚ ਇੱਕ ਬਹੁਤ ਜ਼ਿਆਦਾ ਡਿਫਰੈਂਟ ਨਹੀਂ ਹੁੰਦੀ ਜਾਂ ਉਹਨਾਂ ਦੀ ਇੱਕ ਸੋਚ ਬਹੁਤ ਅਲੱਗ ਨਹੀਂ ਹੁੰਦੀ ਜਾਂ ਉਹ ਜਜ਼ਬਾ ਨਹੀਂ ਹੁੰਦਾ ਸੋਸਾਇਟੀ ਲਈ ਸਰਵ ਕਰਨ ਦਾ। ਲੱਗਦਾ ਸੀਗਾ ਸੈਨੇਟਰੀ ਨੈਪਕਿਨਸ ਉੱਤੇ ਜਿਹੜਾ ਮੇਰਾ ਕੰਮ ਹੈ ਬਹੁਤ ਸਾਰੇ ਲੋਕ ਮੈਨੂੰ ਨਹੀਂ ਸਰਾਹਣਗੇ ਐਂਡ ਉਹੀ ਹੋਇਆ ਵੈਨ ਆਈ ਸਟਾਰਟਡ ਦਿਸ ਪ੍ਰੋਜੈਕਟ। ਇੱਕ ਬੰਦਾ ਫੈਕਟਰੀ ਸੈਟਅਪ ਕਰ ਸਕਦਾ ਹੈ ਸੈਨੇਟਰੀ ਨੈਪਕਿਨਸ ਦੀ, ਪਲਾਸਟਿਕ ਸੈਨੇਟਰੀ ਨੈਪਕਿਨਸ ਦੀ, ਤੇ ਇੱਕ ਮੈਂ ਕੁੜੀ ਹੋ ਕੇ ਜਿਹਨੂੰ ਇਹ ਇੱਕ ਨੋਰਮਲ ਚੀਜ਼ ਹੈਗੀ ਹੈ ਜੋ ਮੈਨੂੰ ਲੱਗਦਾ ਕੁਦਰਤ ਦਾ ਇੱਕ ਤੋਹਫਾ ਹੈਗਾ ਜੋ ਮੈਨੂੰ ਮਿਲਿਆ ਹੈਗਾ ਤੇ ਮੈਂ ਇਸ ਚੀਜ਼ ਨੂੰ ਕਿਉਂ ਨਹੀਂ ਅੱਗੇ ਲੈ ਕੇ ਜਾ ਸਕਦੀ, ਉਸੇ ਕਿਉਂ ਨਹੀਂ ਗੱਲ ਕੀਤੀ ਜਾ ਸਕਦੀ। मैं पहला जानती सीगी स्लम एरियाज़ विच ते मैं उन्होंने कहती सी आपको माहवारी पता है, आपको पीरियड्स पता है, तो अगों मैंने कहती सी वो गंदी चीज़ होती है क्योंकि ये गंदा खून होता है। तो मैं उन्होंने कहती सी नहीं ये गंदा खून नहीं होता, ये अच्छा वाला खून होता है। लेकिन ਮੈਨੂੰ ਲੱਗਦਾ ਹੈ ਕਿ ਪੈਡਮੈਨ ਮੂਵੀ ਮੇਰੇ ਲਈ ਉਸ ਟਾਈਮ ਤੇ ਬਹੁਤ ਵੱਡਾ ਇੱਕ ਪੁਸ਼ ਸੀਗਾ ਕਿ ਪੈਡਸ ਵਗੈਰਾ ਜਿਹੜੇ ਹੈਗੇ ਉਹ ਅਸੀਂ ਬਣਾ ਸਕਦੇ ਹਾਂ। ਪੈਡਸ ਦੇਣ ਦੇ ਨਾਲ ਇਹ ਜਿਹੜੀ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਨੇ ਸਪੈਸ਼ਲੀ ਲੇਬਰ ਕਲਾਸ, ਸਾਲ ਦੇ ਵਿੱਚ 5 ਲੇਡੀਜ਼ ਇਹ ਚੱਕਦੇ ਨੇ ਸਾਲ ਦੇ ਵਿੱਚ ਤੇ ਉਹਨਾਂ ਦੀ ਪੂਰੀ ਕੇਅਰ ਲਾਈਕ ਉਹਨਾਂ ਦੇ ਪਹਿਲੇ ਮੰਥ ਤੋਂ 9ਵੇਂ ਮਹੀਨੇ ਤੱਕ ਹਰ ਕੁਝ ਜਿੰਨੀ ਵੀ ਮਤਲਬ ਆਫ ਕੋਰਸ ਜੇ ਅਸੀਂ ਵੈਲ ਟੂ ਡੂ ਫੈਮਲੀਜ਼ ਦੀ ਗੱਲ ਕਰੀਏ ਉਹ ਹਰ 15 ਡੇਜ਼ ਦੇ ਵਿੱਚ ਚੈੱਕਅਪ ਲਈ ਜਾਂਦੀ ਹੈ ਸਪੈਸ਼ਲੀ ਐਂਡ ਵਾਲੇ ਮੰਥਸ ਦੇ ਵਿੱਚ। ਅੱਛੇ ਹਾਈ ਲੈਵਲ ਦੇ ਹਸਪੀਟਲਸ ਵਿੱਚ ਦੇ ਗੋ ਐਂਡ ਦੇ ਪ੍ਰੈਫਰ ਕਿ ਸਾਨੂੰ ਬਹੁਤ ਅੱਛਾ ਸਪੈਸ਼ਲਾਈਜ਼ਡ ਜਿਹੜਾ ਟ੍ਰੀਟਮੈਂਟ ਹੁੰਦਾ ਉਹ ਸਾਨੂੰ ਮਿਲੇ ਹੈ ਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਕੋਵਿਡ-19 ਦੇ ਇਸ ਪੀਰੀਅਡ ਦੇ ਵਿੱਚ ਨਾ ਹਰ ਕਿਸੇ ਨੇ ਆਪਣੇ ਲੈਵਲ ਤੇ ਬਹੁਤ ਹੀ ਮੁਸ਼ਕਿਲਾਂ ਫੇਸ ਕੀਤੀਆਂ ਨੇ। ਹਰ ਕੋਈ ਕਹਿ ਰਿਹਾ ਹੈ ਕਿ ਅਸੀਂ ਡਿਪਰੈਸਡ ਹੋ ਚੁੱਕੇ ਆ, ਕੰਮ ਬੰਦ ਹੋ ਚੁੱਕਿਆ ਹੈ, ਵੈਕੇਸ਼ਨਸ ਤੇ ਨਹੀਂ ਜਾ ਸਕਦੇ, ਬਹੁਤ ਸਾਰੀਆਂ ਚੀਜ਼ਾਂ। ਇੱਕ ਗੱਲ ਆ ਕਿ ਪ੍ਰੋਬਲਮ ਸਭ ਫੇਸ ਜ਼ਰੂਰ ਕਰ ਰਹੇ ਨੇ, ਬਚ ਵੀ ਰਹੇ ਨੇ ਇਸ ਮਹਾਮਾਰੀ ਤੋਂ। ਅਜਿਹੇ ਵਿੱਚ ਕਿਤੇ ਸੁਣਿਆ ਹੈ ਕਿ ਕੋਈ ਉਹਨਾਂ ਪ੍ਰੋਬਲਮਸ ਦੇ ਵਿੱਚ ਹੁੰਦੇ ਹੋਏ ਵੀ ਆਪਣੀ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਲੇਬਰ ਜਿਹੜੇ ਪਰਸਨਸ ਹੁੰਦੇ ਆ ਉਹਨਾਂ ਦੀ ਹੈਲਪ ਕਰ ਰਿਹਾ ਹੈ। ਕਿਉਂਕਿ ਮੈਂ ਇਸੇ ਲਈ ਮੈਂਸ਼ਨ ਕੀਤਾ ਕਿ ਅਸੀਂ ਸਿਰਫ ਆਪਣੇ ਲੈਵਲ ਦੀ, ਸਿਰਫ ਆਪਣੇ ਕੰਫਰਟ ਜ਼ੋਨ ਤੱਕ ਦੀ ਹੀ ਪ੍ਰੋਬਲਮਸ ਫੇਸ ਕਰ ਰਹੇ ਨੇ ਅਤੇ ਉਹਨਾਂ ਨੂੰ ਲੈ ਕੇ ਅਸੀਂ ਹਾਈਪ ਕ੍ਰੀਏਟ ਕਰ ਦਿੰਦੇ ਨੇ ਕਿ ਅਸੀਂ ਬਹੁਤ ਦੁੱਖ ਆ, ਅਸੀਂ ਵਿੱਚ ਬਹੁਤ ਦੁੱਖ ਵਿੱਚ ਆ ਅਤੇ ਮਹਾਮਾਰੀ ਜਿਹੜੀ ਚੱਲ ਰਹੀ ਆ ਬਹੁਤ ਹੀ ਜ਼ਿਆਦਾ ਪੈਨਿਕ ਕਰ ਰਹੀ ਆ, ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਨੇ। ਵੈਲ ਆਈ ਥਿੰਕ ਇਸ ਕਵਰੇਜ ਨੂੰ ਕਰਨਾ ਬਹੁਤ ਜ਼ਰੂਰੀ ਸੀਗਾ ਜਿਹਦੇ ਵਿੱਚ ਮੈਨੂੰ ਪਤਾ ਲੱਗਿਆ ਇੱਕ ਕੁੜੀ ਜੋ ਕਿ ਮੇਰੇ ਤੋਂ ਤੁਹਾਡੇ ਵਾਂਗ ਬਹੁਤ ਨੋਰਮਲ ਆ ਅਤੇ ਉਹਨਾਂ ਦੀ ਵੀ ਮੁਸ਼ਕਿਲਾਂ ਹੋਣਗੀਆਂ ਇਸ ਮਹਾਮਾਰੀ ਦੇ ਵਿੱਚ, ਉਹ ਵੀ ਸਾਡੇ ਨਾਲ ਹੀ ਆ ਅਤੇ ਬਹੁਤ ਸਾਰੇ ਫੇਸ ਕਰ ਰਹੀ ਨੇ, ਉਹ ਵੀ ਇਸ਼ੂਜ਼ ਕਰ ਰਹੀਆਂ ਨੇ। ਬਟ ਦ ਬੈਸਟ ਪਾਰਟ ਇਜ਼ ਦੈਟ ਕਿ ਉਹ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਇਹੋ ਜਿਹੇ ਲੋਕਾਂ ਦੀ ਮਦਦ ਕਰ ਰਹੀ ਆ ਜਿਨ੍ਹਾਂ ਦੀ ਪ੍ਰੋਬਲਮ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ। ਕੀ ਉਹ ਪ੍ਰੋਬਲਮਸ ਇਹ ਕੀ ਕਰ ਰਹੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਪੀਯੂ ਦੀ ਇੱਕ ਸਟੂਡੈਂਟ ਆ ਜਿਨ੍ਹਾਂ ਦਾ ਨਾਮ ਰਵਨੀਤ ਆ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਬੀਇੰਗ ਅ ਗਰਲ, ਤੁਹਾਨੂੰ ਥੈਂਕਸ ਕਹਿਣਾ ਚਾਹੂੰਗੀ ਅਤੇ ਸੌਰੀ ਵੀ ਕਹਿਣਾ ਚਾਹੂੰਗੀ ਕਿ ਬਹੁਤ ਟਾਈਮ ਲੱਗ ਗਿਆ ਤੁਹਾਡੇ ਕੋਲ ਪਹੁੰਚਦੇ। ਨਹੀਂ ਸੌਰੀ ਦੀ ਗੱਲ ਨਹੀਂ ਹੈ, ਇਟਸ ਜਸਟ ਲਾਈਕ ਕਿ ਜਦੋਂ ਹੁਕਮ ਹੁੰਦਾ ਹੈ, ਜਦੋਂ ਮਿਲਣਾ ਹੁੰਦਾ ਹੈ, ਰੱਬ ਵੱਲੋਂ ਲਿਖਿਆ ਹੁੰਦਾ ਹੈ, ਉਦੋਂ ਵੀ ਮੀਟ ਅਪ। ਜੀ ਬਿਲਕੁਲ। ਸੋ ਇਹਨਾਂ ਦੇ ਬਾਰੇ ਜ਼ਰੂਰ ਦੱਸਣਾ ਚਾਹਾਂਗੀ। ਫਾਊਂਡੇਸ਼ਨ ਹੈਗੀ ਇਹਨਾਂ ਦੀ। ਜਦ ਵੀ ਫਾਊਂਡੇਸ਼ਨ ਨਾ ਅਸੀਂ ਸੁਣਦੇ ਆ ਦਿਮਾਗ ਦੇ ਵਿੱਚ ਕਿਸੇ ਸੋਸ਼ਲ ਵਰਕਰ ਦਾ ਨਾਂ ਆਉਂਦਾ, ਸੋ ਇਹੀ ਹੁੰਦਾ ਕਿ ਬਹੁਤ ਸਾਰੀ ਵੱਡੀ ਟੀਮ ਹੋਊਗੀ, ਨਾਲੇ ਸਪੋਂਸਰਸ ਜੁੜੇ ਹੋਣਗੇ, ਬਟ ਤੁਸੀਂ ਬਿਲਕੁਲ ਆਪੋਜ਼ਿਟ ਹੋ। ਕਿਵੇਂ? ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇੱਕ ਇਕੱਲਿਆਂ ਜਿਹੜਾ ਕੰਮ ਕਰਨ ਦਾ ਇੱਕ ਜੋ ਮਜ਼ਾ ਹੈ ਔਰ ਜੋ ਇੱਕ ਤੁਸੀਂ ਆਪਣਾ ਆਈਡੀਆ, ਇੱਕ ਆਈਡੀਓਲੋਜੀ ਆਪਣੀ ਇਕੱਲੀ ਲੈ ਕੇ ਚੱਲ ਸਕਦੇ ਹੋ ਪੂਰੇ ਸਮਾਜ ਦੇ ਨਾਲ, ਇੱਕ ਪੂਰੇ ਕਰਾਊਡ ਵਿੱਚੋਂ ਅਲੱਗ ਖੜੇ ਹੋਣਾ ਆਪਣੀ ਇੱਕ ਡਿਫਰੈਂਟ ਸੋਚ ਦੇ ਨਾਲ, ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਇੱਕ 7-8 ਲੋਕਾਂ ਦਾ ਬੋਰਡ ਮੈਂਬਰ ਬਣਾ ਲੈਂਦੇ ਹਾਂ ਕਿ ਇਹ ਵੀ ਮੇਰੇ ਨਾਲ ਲੱਗ ਜਾਣ ਇਹ ਵੀ, ਅਤੇ ਉਹ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਉਹ ਇੱਕ ਜਿਹੜੀ ਪਰਸਨੈਲਿਟੀ ਹੁੰਦੀ ਹੈ ਉਹ ਆਪਣੇ ਆਪ ਵਿੱਚ ਇੱਕ ਬਹੁਤ ਜ਼ਿਆਦਾ ਡਿਫਰੈਂਟ ਨਹੀਂ ਹੁੰਦੀ ਜਾਂ ਉਹਨਾਂ ਦੀ ਇੱਕ ਸੋਚ ਬਹੁਤ ਅਲੱਗ ਨਹੀਂ ਹੁੰਦੀ ਜਾਂ ਉਹ ਜਜ਼ਬਾ ਨਹੀਂ ਹੁੰਦਾ ਸੋਸਾਇਟੀ ਲਈ ਸਰਵ ਕਰਨ ਦਾ। ਅਤੇ ਮੈਂ ਕੁਝ ਅਲੱਗ ਕਰਨਾ ਚਾਹੁੰਦੀ ਸੀ ਅਤੇ ਵੈਨ ਆਈ ਸਟਾਰਟਡ ਕਿ ਮੈਨੂੰ ਇਹ ਚੀਜ਼ ਕਰਨੀ ਹੈ ਅਤੇ ਮੈਨੂੰ ਲੱਗਦਾ ਸੀਗਾ ਸੈਨੇਟਰੀ ਨੈਪਕਿਨਸ ਉੱਤੇ ਜਿਹੜਾ ਮੇਰਾ ਕੰਮ ਹੈ ਬਹੁਤ ਸਾਰੇ ਲੋਕ ਮੈਨੂੰ ਨਹੀਂ ਸਰਾਹਣਗੇ ਐਂਡ ਉਹੀ ਹੋਇਆ ਵੈਨ ਆਈ ਸਟਾਰਟਡ ਦਿਸ ਪ੍ਰੋਜੈਕਟ ਆਪਣੀ ਨਾਨਕੀ ਮਹਿਰਾਮਤ ਫਾਊਂਡੇਸ਼ਨ ਦੇ ਅੰਡਰ ਪ੍ਰੋਜੈਕਟ ਪਿੰਕ, ਜਿਸ ਦੇ ਵਿੱਚ ਅਸੀਂ ਰੀਯੂਜ਼ੇਬਲ ਸੈਨੇਟਰੀ ਨੈਪਕਿਨਸ ਬਣਾਉਂਦੇ ਹਾਂ। ਬਹੁਤ ਸਾਰੇ ਲੋਕਾਂ ਨੇ ਆਬਜੈਕਸ਼ਨਸ ਉਠਾਈਆਂ
ਸਰਾਇਆ ਨਹੀਂ ਕਿ ਇਹ ਕੰਮ ਸ਼ਾਇਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੰਮ ਕੁੜੀਆਂ ਨੂੰ ਨਹੀਂ ਜੱਚਦਾ ਕੀਤਾ ਹੋਇਆ। ਤੇ ਜਦੋਂ ਮੈਨੂੰ ਲੱਗਦਾ ਹੈ ਕਿ ਇੱਕ ਮਰਦ ਹੋ ਕੇ ਇੱਕ ਬੰਦਾ ਫੈਕਟਰੀ ਸੈਟਅਪ ਕਰ ਸਕਦਾ ਹੈ ਸੈਨੇਟਰੀ ਨੈਪਕਿਨਸ ਦੀ, ਪਲਾਸਟਿਕ ਸੈਨੇਟਰੀ ਨੈਪਕਿਨਸ ਦੀ, ਤੇ ਇੱਕ ਮੈਂ ਕੁੜੀ ਹੋ ਕੇ ਜਿਹਨੂੰ ਇਹ ਇੱਕ ਨਾਰਮਲ ਚੀਜ਼ ਹੈਗੀ ਹੈ ਜੋ ਮੈਨੂੰ ਲੱਗਦਾ ਹੈ ਕੁਦਰਤ ਦਾ ਇੱਕ ਤੋਹਫਾ ਹੈਗਾ ਜੋ ਮੈਨੂੰ ਮਿਲਿਆ ਹੈਗਾ, ਤੇ ਮੈਂ ਇਸ ਚੀਜ਼ ਨੂੰ ਕਿਉਂ ਨਹੀਂ ਅੱਗੇ ਲੈ ਕੇ ਜਾ ਸਕਦੀ ਤੇ ਉਸੇ ਕਿਉਂ ਨਹੀਂ ਗੱਲ ਕੀਤੀ ਜਾ ਸਕਦੀ। ਸੋ ਆਈ ਸਟਾਰਟਡ ਦਿਸ ਪ੍ਰੋਜੈਕਟ ਅੰਡਰ ਟੀਮ ਨਾਨਕੀ ਮਹਿਰਾਮਤ ਫਾਊਂਡੇਸ਼ਨ। ਬਿਲਕੁਲ, ਆਪ ਖੁਦ ਤੁਸੀਂ ਇੱਕ ਸਟੂਡੈਂਟ ਹੈਗੇ ਹੋ। ਅਸੀਂ ਕਾਲਜ 'ਚ ਸਿੱਖੇ, ਸਾਨੂੰ ਵੀ ਬਹੁਤ ਥਾਟਸ ਆਏ ਕਿ ਲੈਟਸ ਡੂ ਦੈਟ, ਬਟ ਕਦੇ ਵੀ ਇਨੀਸ਼ੀਏਟਿਵ ਨਹੀਂ ਲਿਆ ਗਿਆ। ਆਈ ਐਮ ਪ੍ਰੀਟੀ ਸ਼ੋਰ ਥਾਟਸ ਆਏ ਹੋਣਗੇ ਤੇ ਆਲ ਆਫ ਅ ਸਡਨ ਤਾਂ ਕੁਝ ਨਹੀਂ ਹੋਇਆ ਹੋਣਾ, ਇੱਕ ਪੁਸ਼ ਜ਼ਰੂਰ ਮਿਲਿਆ ਹੋਣਾ। ਉਹ ਕਿਹੋ ਜਿਹਾ ਇੱਕ ਮੂਮੈਂਟ ਸੀ ਜਦੋਂ ਪੁਸ਼ ਮਿਲਿਆ? ਐਗਜ਼ੈਕਟਲੀ, ਜਿਹੜਾ ਇੱਕ ਪੁਸ਼ ਸੀਗਾ, ਮੇਜਰ ਪੁਸ਼। ਸੋ ਮੈਂ ਇੱਥੇ ਥੈਂਕਸ ਕਰਨਾ ਚਾਹਾਂਗੀ ਅਕਸ਼ੇ ਸਰ ਦਾ ਤੇ ਸੋਨਮ ਮੈਮ ਦਾ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਪੈਡਮੈਨ ਮੂਵੀ ਬਣਾਈ ਜੋ ਕਿ ਇੱਕ ਬਿਲਕੁਲ ਗਰਾਊਂਡ ਲੈਵਲ ਤੋਂ ਕੰਮ ਕੀਤਾ ਗਿਆ। ਨਕਸ਼ੇ ਜੀ ਨੇ ਜਿਸ ਇੰਨੀ ਸੋਹਣੀ ਤਰੀਕੇ ਨਾਲ ਪੋਰਟਰੇ ਕੀਤਾ ਕਿ ਕਿੱਦਾਂ ਜੋ ਪੀਰੀਅਡਸ ਹੈਗੇ ਸਾਡੀ ਡੇ ਟੂ ਡੇ ਲਾਈਫ ਦਾ ਇੱਕ ਬੇਸਿਕ ਜੋ ਸਾਨੂੰ ਮੰਥਲੀ ਜੋ ਆਣਾ ਹੀ ਆਣਾ ਹੈ, ਹਾਊ ਇੰਪੋਰਟੈਂਟ ਇਟ ਇਜ਼ ਫॉर ਵਿਮਨ, ਹੈ ਨਾ। ਉਹ ਮੈਨੂੰ ਲੱਗਦਾ ਹੈ ਕਿ ਪੈਡਮੈਨ ਮੂਵੀ ਮੇਰੇ ਲਈ ਉਸ ਟਾਈਮ ਤੇ ਬਹੁਤ ਵੱਡਾ ਇੱਕ ਪੁਸ਼ ਸੀਗਾ ਕਿ ਪੈਡਸ ਵਗੈਰਾ ਜਿਹੜੇ ਹੈਗੇ ਉਹ ਅਸੀਂ ਬਣਾ ਸਕਦੇ ਹਾਂ, ਆਪਣੇ ਲੈਵਲ ਤੇ ਬਣਾ ਸਕਦੇ ਹਾਂ, ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਅਸੀਂ ਲੋਕਾਂ ਤੱਕ ਅਪਰੋਚ ਕਰ ਸਕਦੇ ਹਾਂ ਜਿੱਥੇ ਸਾਨੂੰ ਪਤਾ ਹੈ ਕਿ ਸੋਸਾਇਟੀ ਵਿੱਚ ਹਰ ਕੋਈ ਬੰਦਾ, ਹਰ ਕੋਈ ਲੇਡੀ ਅਵੇਅਰ ਨਹੀਂ ਹੈ। ਔਰ ਬਹੁਤ ਸਾਰੀ ਲੇਡੀਜ਼ ਮੈਨੂੰ ਲੱਗਦਾ ਹੈ ਜਦੋਂ ਮੈਂ ਵੀ ਪਿੰਡਾਂ ਵਿੱਚ ਜਾਂਦੀ ਹਾਂ, ਸਲਮ ਏਰੀਆ ਵਿੱਚ, ਤੇ ਮੈਨੂੰ ਲੱਗਦਾ ਜੇ ਮੈਂ ਗੱਲ ਕਰਦੀ ਹਾਂ ਤੇ ਮਦਰ ਨੂੰ ਹੀ ਨਹੀਂ ਪਤਾ ਹੁੰਦਾ ਕਿ ਮੇਰੀ ਡਾਟਰ ਕੀ ਯੂਜ਼ ਕਰ ਰਹੀ ਹੈ, ਤੇ ਡਾਟਰ ਨੂੰ ਹੀ ਨਹੀਂ ਪਤਾ ਹੁੰਦਾ ਕਿ ਮੈਨੂੰ ਆਪਣੀ ਮਾਂ ਨਾਲ ਕਿਹੜੀਆਂ ਇੰਪੋਰਟੈਂਟ ਗੱਲਾਂ ਨੇ ਜੋ ਸ਼ੇਅਰ ਕਰਨੀਆਂ ਨੇ। ਤੇ ਮੈਨੂੰ ਇਸ ਚੀਜ਼ ਵਿੱਚ ਬਹੁਤ ਜ਼ਿਆਦਾ ਇੱਕ ਲੈਕ ਆਫ ਅਵੇਅਰਨੈਸ ਨਜ਼ਰ ਆਈ ਤੇ ਮੈਨੂੰ ਇੱਕ ਬਹੁਤ ਅੱਛਾ ਪੁਸ਼ ਪੈਡਮੈਨ ਤੋਂ ਮਿਲਿਆ ਕਿ ਮੈਂ ਘਰ ਘਰ ਜਾ ਕੇ ਲੋਕਾਂ ਨਾਲ ਗੱਲ ਕਰਕੇ ਅਵੇਅਰਨੈਸ ਪੈਡਸ ਦੀ ਕਰ ਸਕਦੀ ਹਾਂ। ਤੇ ਮੈਂ ਆਪਣੇ ਕੁਝ ਨਵੇਂ ਪੈਡਸ ਜਿਹੜੇ ਹੈਗੇ ਨੇ ਜਿਹੜੇ ਮੈਂ ਲੈ ਕੇ ਆਈ ਹਾਂ ਸੋਸਾਇਟੀ ਦੇ ਵਿੱਚ, ਉਹ ਮੈਂ ਲੈ ਕੇ ਆ ਸਕਦੀ ਹਾਂ, ਜੋ ਕਿ ਇੱਕ ਆਪਣੇ ਆਪ ਵਿੱਚ ਇੱਕ ਰੈਵੋਲੂਸ਼ਨ ਹੈਗਾ ਕਲੌਥ ਪੈਡਸ ਦਾ, ਰੀਯੂਜ਼ੇਬਲ ਸੈਨੇਟਰੀ ਨੈਪਕਿਨਸ ਜਿੰਦੇ ਅਸੀਂ ਪਲਾਸਟਿਕ ਨੂੰ, ਜਿੱਥੇ ਅਸੀਂ ਕਹਿੰਦੇ ਆ ਸੇ ਨੋ ਟੂ ਪਲਾਸਟਿਕ, ਹੈ ਨਾ, ਉੱਥੇ ਅਸੀਂ ਰੀਯੂਜ਼ੇਬਲ ਸੈਨੇਟਰੀ ਨੈਪਕਿਨ ਯੂਜ਼ ਕਰਕੇ ਆਪਣੇ এনवायरमेंट ਨੂੰ, ਆਪਣੇ ਜਿਹੜੇ ਸਾਡੇ ਡੌਗਸ, ਕੈਟਸ, ਐਨੀਮਲਸ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਅਸੀਂ ਸੇਵ ਕਰ ਸਕਦੇ ਹਾਂ। ਸੋ ਪੈਡਮੈਨ ਮੇਰਾ ਬਹੁਤ ਵੱਡਾ ਇੱਕ ਪੁਸ਼ ਰਿਹਾ ਇਸ ਦੇ ਪਿੱਛੇ। ਸੋ ਬਹੁਤ ਹੀ ਵੈਸੇ ਕਹਿਣ ਨੂੰ ਬਹੁਤ ਨਾਰਮਲ ਚੀਜ਼ ਆ, ਬਟ ਜੇ ਸੋਚੀਏ ਤਾਂ ਬਹੁਤ ਵੱਡੀ ਚੀਜ਼ ਆ ਕਿ ਪੈਡਸ ਬਣਾ ਕੇ ਦੇਣੇ। ਮਤਲਬ ਜਦ ਮੈਂ ਇਨੀਸ਼ੀਅਲੀ ਕਿਹਾ ਕਿ ਫਾਊਂਡੇਸ਼ਨ ਦਾ ਨਾਂ ਨਾਲ ਲੱਗਦਾ ਕੋਈ ਸਪਾਂਸਰ ਹੋਊਗਾ, ਨਾਟ ਅ ਬਿਗ ਡੀਲ, ਅਸੀਂ ਵੀ ਕੰਮ ਕਰ ਸਕਦੇ ਹਾਂ। ਸਪਾਂਸਰਸ ਹੈਗੇ, ਚੀਜ਼ਾਂ ਖਰੀਦੋ ਤੇ ਗਰੀਬਾਂ 'ਚ ਵੰਡ ਦਿਓ, ਆਪਣੀ ਫੋਟੋ ਲੈ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਵੋ, ਬਟ ਯੂ ਆਰ ਗੋਇੰਗ ਡਿਫਰੈਂਟ ਵੇ, ਤੁਸੀਂ ਬਿਲਕੁਲ ਡਿਫਰੈਂਟ ਕਰ ਰਹੇ ਹੋ। ਮੈਂ ਦੱਸਣਾ ਚਾਹਾਂਗੀ ਇਹਨਾਂ ਨੂੰ ਹਾਲੇ ਤੱਕ ਕੋਈ ਜ਼ਿਆਦਾ ਕਵਰੇਜ ਨਹੀਂ ਮਿਲੀ। ਪੈਡਸ ਦੇਣ ਦੇ ਨਾਲ ਨਾਲ ਇਹ ਜਿਹੜੀ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਨੇ, ਸਪੈਸ਼ਲੀ ਲੇਬਰ ਕਲਾਸ, ਸਾਲ ਦੇ ਵਿੱਚ 5 ਲੇਡੀਜ਼ ਇਹ ਚੱਕਦੇ ਨੇ ਸਾਲ ਦੇ ਵਿੱਚ, ਤੇ ਉਹਨਾਂ ਦੀ ਪੂਰੀ ਕੇਅਰ, ਲਾਈਕ ਉਹਨਾਂ ਦੇ ਪਹਿਲੇ ਮੰਥ ਤੋਂ 9ਵੇਂ ਮਹੀਨੇ ਤੱਕ ਹਰ ਕੁਝ ਜਿੰਨੀ ਵੀ ਮਤਲਬ ਅਫਕੋਰਸ ਜੇ ਅਸੀਂ ਵੈਲ ਟੂ ਡੂ ਫੈਮਲੀਜ਼ ਦੀ ਗੱਲ ਕਰੀਏ, ਉਹ ਹਰ 15 ਡੇਜ਼ ਦੇ ਵਿੱਚ ਚੈੱਕਅਪ ਲਈ ਜਾਂਦੀ ਹੈ, ਸਪੈਸ਼ਲੀ ਐਂਡ ਵਾਲੇ ਮੰਥਸ ਦੇ ਵਿੱਚ। ਬਹੁਤ ਅੱਛੇ ਹਾਈ ਲੈਵਲ ਦੇ ਹਸਪੀਟਲਸ ਵਿੱਚ ਤੇ ਗੋ ਐਂਡ ਦੇ ਪ੍ਰੈਫਰ ਕਿ ਸਾਨੂੰ ਬਹੁਤ ਅੱਛਾ ਸਪੈਸ਼ਲਾਈਜ਼ਡ ਜਿਹੜਾ ਟਰੀਟਮੈਂਟ ਹੁੰਦਾ ਉਹ ਸਾਨੂੰ ਮਿਲੇ, ਹੈ ਨਾ। ਤੇ ਹੁਣ ਸਾਡੀ ਜਿਵੇਂ ਅਸੀਂ ਗੱਲ ਕਰੀਏ ਕਿ ਜਿਹੜਾ ਸਾਡਾ ਇੱਕ ਪ੍ਰੋਗਰਾਮ ਹੈਗਾ ਨਾਨਕੀ ਮਹਿਰਾਮਤ ਫਾਊਂਡੇਸ਼ਨ ਦੇ ਅੰਡਰ, ਜੋ ਕਿ ਮੈਂ ਹੁਣੇ ਲਾਸਟ ਮੰਥ ਤੋਂ ਸਟਾਰਟ ਕੀਤਾ ਹੈਗਾ, ਜਨਨੀ ਸੁਰੱਖਿਆ। ਇੱਕ ਮਾਂ ਜਿੰਨੇ ਅੱਗੇ ਵਾਲੀ ਜਨਰੇਸ਼ਨ ਨੂੰ, ਜਿਸ ਦਾ ਆਫਸਪ੍ਰਿੰਗ ਆਉਣਾ ਹੈ, ਉਸ ਨੂੰ ਇੱਕ ਕਿੰਨੀ ਜ਼ਿਆਦਾ ਜ਼ਰੂਰਤ ਹੈ ਹਰ ਪਾਸੋਂ ਕੇਅਰ ਦੀ। ਮੈਨੂੰ ਲੱਗਦਾ ਹੈ ਮੈਂਟਲੀ ਉਹਦਾ ਵੈਲਬੀਇੰਗ ਉਸਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਫਿਜ਼ੀਕਲ ਤੇ ਚਲੋ ਹੈ ਹੀ ਹੈ, ਉਹ ਵੀ ਬਹੁਤ ਸਾਰੀ ਫੈਮਲੀਜ਼ ਨਿਗਲੈਕਟ ਕਰਦੇ ਨੇ, ਸਪੈਸ਼ਲੀ ਜਿਹੜੀ ਲੇਬਰ ਕਲਾਸ ਵਿਮਨ ਹੈਗੀ ਹੈ, ਉੱਥੇ ਇਸ ਚੀਜ਼ ਨੂੰ ਬਿਲਕੁਲ ਨਿਗਲੈਕਟ ਕੀਤਾ ਜਾਂਦਾ ਹੈ, ਮਦਰ ਵੱਲੋਂ ਆਪ ਵੀ ਤੇ ਉਸਦੀ ਫੈਮਿਲੀ ਵੱਲੋਂ ਵੀ। ਤੋ ਦਿਸ ਵਾਜ਼ ਮਾਈ ਪ੍ਰਾਈਮ ਫੋਕਸ ਜਦੋਂ ਮੈਂ ਸਟਾਰਟ ਕੀਤਾ ਕਿ ਮੈਂ ਲੇਬਰ ਵਿਮਨ ਨੂੰ ਚੱਕਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਤੇ ਮੈਂ ਬਾਕੀ ਹੋਰ ਏਰੀਆ ਸੈਗਮੈਂਟ ਨੂੰ ਚੱਕ ਸਕਦੀ ਸੀ, ਪਰ ਉਹ ਮੇਰਾ ਫੋਕਸ ਹੀ ਨਹੀਂ ਹੈਗਾ। ਸਾਡੇ ਜਿਹੜੇ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਹੈਗਾ, ਉਹਨਾਂ ਦਾ ਇੱਕ ਪ੍ਰੋਗਰਾਮ ਚੱਲਦਾ ਹੈ ਮੈਤ੍ਰਿਤਵ ਅਭਿਆਨ, ਪ੍ਰਧਾਨ ਮੰਤਰੀ ਸੁਰੱਖਿਅਤ ਮੈਤ੍ਰਿਤਵ ਅਭਿਆਨ, ਜਿਹਦੇ ਵਿੱਚ ਉਹ ਪ੍ਰੋਮਿਸ ਕਰਦੇ ਨੇ ਕਿ 9th ਆਫ ਐਵਰੀ ਮੰਥ ਨੂੰ ਐਂਟੀਨੇਟਲ ਕੇਅਰ ਮਿਲੇਗੀ ਵਿਮਨ ਨੂੰ, ਦੈਨ ਤੁਹਾਡਾ ਜਿਹੜਾ ਮੈਡੀਸਿਨਸ ਵਗੈਰੀਆਂ ਹੁੰਦੀਆਂ ਨੇ ਔਰ ਬੈਸਟ ਟਰੀਟਮੈਂਟ ਜਿਹੜਾ ਹੈ ਉਹ ਤੁਹਾਨੂੰ ਦਿੱਤਾ ਜਾਏਗਾ। ਪਰ ਮੇਰਾ ਸਵਾਲ ਇਹ ਹੈ ਕਿ ਇਸ ਚੀਜ਼ ਦੀ ਅਵੇਅਰਨੈਸ ਕਿੰਨੇ ਲੋਕਾਂ ਤੱਕ ਹੈ। ਹੁਣ ਮੇਰੇ ਕੋਲ ਪਿੱਛੇ ਇੱਕ ਕੁੜੀ ਆਈ ਸੀ ਜਿਸ ਦਾ ਨਾਮ ਸੀਗਾ ਪੂਜਾ। ਪ੍ਰੋਬਲਮ ਉਹਨੂੰ ਇਹ ਆਈ, ਆਧਾਰ ਕਾਰਡ ਨਹੀਂ ਸੀ ਬਣਿਆ। ਅਸੀਂ ਚਾਹ ਰਹੇ ਸੀ ਕਿ ਅਸੀਂ ਉਹਨੂੰ ਆਪਣੀ NGO ਦੇ ਥੱਲੇ ਆਪਣੇ ਇਸ ਪ੍ਰੋਜੈਕਟ ਦੇ ਅੰਡਰ ਅਡਾਪਟ ਕਰੀਏ। ਵੀ ਟਰਾਈਡ ਆਰ ਲੈਵਲ ਬੈਸਟ ਕਿ ਸਾਨੂੰ ਕਿਸੇ ਵੀ ਤਰੀਕੇ ਨਾਲ ਸਾਨੂੰ ਉਸਦਾ ਆਧਾਰ ਕਾਰਡ ਅਰੇਂਜ ਹੋ ਜਾਏ, ਬਟ ਨਹੀਂ ਹੋ ਪਾਇਆ। ਹੁਣ ਉਹ ਵਾਪਸ ਕੁੜੀ ਚਲੀ ਗਈ ਹੈ। ਜੇ ਉਸਦਾ ਆਧਾਰ ਕਾਰਡ ਬਣਿਆ ਹੁੰਦਾ
ਜੋ ਇਹ ਪ੍ਰਧਾਨ ਮੰਤਰੀ ਜੀ ਨੇ ਜੋ ਵੀ ਸਕੀਮ ਕੱਢੀ ਹੈ ਇਸ ਦੇ ਅੰਡਰ ਅਸੀਂ ਉਸ ਦੀ ਰਜਿਸਟ੍ਰੇਸ਼ਨ ਕਰਾ ਕੇ ਉਹਨੂੰ ਨਾਲ ਦੇ ਨਾਲ ਪੈਸੇ ਮਿਲ ਜਾਣੇ ਸੀਗੇ। ਟੋਟਲ ਸਾਨੂੰ ਜਿਹੜਾ ਹੈਗਾ ਇਸ ਪੀਰੀਅਡ ਦਾ ਮਿਲਦਾ ਹੈਗਾ 6000 ਰੁਪਏ, ਜਿਹਦੇ ਵਿੱਚ 5000 ਰੁਪਏ ਦੀ ਡਿਵੀਜ਼ਨ ਇੱਦਾਂ ਹੁੰਦੀ ਹੈ। 2000 ਰੁਪਏ ਜਦੋਂ ਤੁਸੀਂ ਰਜਿਸਟਰ ਕਰੋਗੇ ਤੇ ਬੱਚਾ ਜਦੋਂ ਤੁਹਾਡਾ ਰਜਿਸਟਰ ਹੋ ਗਿਆ ਕਿ ਹਾਂ ਇਹ ਪ੍ਰੈਗਨੈਂਟ ਹੈਗੀ ਹੈ, ਪ੍ਰੈਗਨੈਂਸੀ ਕਨਫਰਮ ਹੋ ਗਈ, ਤੁਹਾਨੂੰ 2000 ਰੁਪਏ ਮਿਲ ਜਾਣਗੇ। ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹੈ 3 ਮਹੀਨੇ ਦੇ ਬਾਅਦ ਫਿਰ ਉਸ ਤੋਂ ਬਾਅਦ 2000 ਤੁਹਾਨੂੰ ਹੋਰ ਮਿਲਦੇ ਹੈਗੇ ਹੈ। ਉਹ ਹੁੰਦਾ ਜਦੋਂ ਤੁਹਾਡੀ ਡਿਲੀਵਰੀ ਹੋ ਜਾਂਦੀ ਹੈ। ਬਟ ਕਿੰਨੀ ਵਿਮਨ ਹੈ ਜਿਨ੍ਹਾਂ ਦੇ ਕੋਲ ਅਵੇਅਰਨੈਸ ਹੈ, ਕਿੰਨੀਆਂ ਲੇਡੀਜ਼ ਨੇ ਜਿਹੜੀ ਜਾ ਕੇ ਉਸ ਦੇ ਅੰਡਰ ਆਪਣੀ ਰਜਿਸਟ੍ਰੇਸ਼ਨ ਕਰਾਉਂਦੀਆਂ ਨੇ। ਤੇ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੂੰ ਔਰ ਜੋ ਵੀ ਸਾਡੀ ਕਮਿਸ਼ਨਸ ਹੈਗੀਆਂ ਨੇ, ਵਿਮਨ ਕਮਿਸ਼ਨਸ ਔਰ ਜੋ ਵਿਮਨ ਸਾਡੇ ਜੋ NGOs ਨੇ, ਉਹਨਾਂ ਨੂੰ ਚਾਹੀਦਾ ਹੈ ਡੋਰ ਟੂ ਡੋਰ ਅਵੇਅਰਨੈਸ ਕਰਨਾ ਇਸ ਪ੍ਰੋਗਰਾਮ ਦੀ। ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਡਿਜੀਟਲ ਪ੍ਰੋਗਰਾਮ ਆ ਰਿਹਾ ਹੈਲਥ ਨੂੰ ਲੈ ਕਰ, ਉਹ ਗੱਲ ਉੱਥੇ ਤੱਕ ਹੈ ਨਾ ਕਿ ਡਿਜੀਟਲੀ ਤੁਸੀਂ ਕਿੰਨੀ ਲੇਡੀਜ਼ ਪੜ੍ਹ ਲੈਣਗੀਆਂ। ਸਾਡੇ ਜਿਹੜਾ ਵਿਮਨ ਦਾ ਜਿਹੜਾ ਸਾਡਾ ਲਿਟਰੇਸੀ ਰੇਟ ਹੈ ਉਹ ਕਿੰਨਾ ਕੁ ਹੈਗਾ। 70% ਆਫ ਵਿਮਨ ਜੇ ਅਸੀਂ ਦੇਖੀਏ ਤੇ ਦੇ ਆਰ ਅਨਐਡੂਕੇਟਿਡ, ਦੇ ਡੋਂਟ ਹੈਵ ਐਨੀ ਐਜੂਕੇਸ਼ਨ, ਦੇ ਡੋਂਟ ਹੈਵ ਐਨੀ ਅਵੇਅਰਨੈਸ ਰਿਗਾਰਡਿੰਗ ਐਨੀ ਪਾਰਟੀਕੂਲਰ ਥਿੰਗ ਰਿਲੇਟਿਡ ਟੂ ਪ੍ਰੈਗਨੈਂਸੀ ਕਹਿ ਲਓ ਜਾਂ ਜੋ ਵੀ ਕਹਿ ਲਓ। ਹੁਣ ਜਿਵੇਂ ਟੈਟਨਸ ਦਾ ਇੰਜੈਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਫਰਸਟ ਤੁਹਾਡੇ ਟਰਾਈਮੈਸਟਰ ਦੇ ਵਿੱਚ। ਉਹ ਕੁੜੀ ਜਿਹੜੀ ਮੇਰੇ ਕੋਲ ਆਈ ਉਹਨੂੰ ਨਹੀਂ ਸੀ ਪਤਾ, ਕਿਉਂਕਿ 19 ਸਾਲ ਉਸ ਦੀ ਉਮਰ ਸੀਗੀ ਤੇ ਬੱਚਾ ਇਮੈਚਿਓਰ ਹੀ ਹੁੰਦਾ ਸੌਰਟ ਆਫ ਉਸ ਟਾਈਮ ਤੇ ਉਹਨੂੰ ਨਹੀਂ ਅਵੇਅਰਨੈਸ, ਤੇ ਉਹ ਕੌਣ ਕਰੇਗਾ। ਤੇ ਮੈਨੂੰ ਲੱਗਦਾ ਹੈ ਇਹ ਪ੍ਰੋਗਰਾਮ ਅਸੀਂ ਇਸ ਤਰੀਕੇ ਨਾਲ ਸਟਾਰਟ ਕਰਨਾ ਚਾਹ ਰਹੇ ਹਾਂ ਕਿ ਅਸੀਂ ਘਰ ਘਰ ਜਾ ਕੇ ਜਾਂ ਫਿਰ ਅਸੀਂ ਲਿਟਲ ਵਰਕਸ਼ਾਪਸ ਆਰਗੇਨਾਈਜ਼ ਕਰੀਏ ਜਿੱਥੇ ਅਸੀਂ ਲੋਕਾਂ ਨੂੰ ਇਹ ਦੱਸ ਸਕੀਏ ਕਿ ਇਹ ਪ੍ਰੋਗਰਾਮ ਸਰਕਾਰ ਨੇ ਬਣਾਏ ਨੇ। ਔਰ ਮੈਂ ਚਾਹੁੰਦੀ ਹਾਂ ਕਿ ਮੈਂ ਸਿਰਫ ਇੱਥੇ 5 ਲੇਡੀਜ਼ ਨੂੰ ਹੀ ਲੈਣਾ ਚਾਹੁੰਦੀ ਹਾਂ ਇਸ ਸਾਲ ਦੇ ਅੰਡਰ, ਕਿਉਂਕਿ ਮੈਨੂੰ ਲੱਗਦਾ ਹੈ ਉਹਨਾਂ 5 ਵਿੱਚੋਂ ਜਿਹੜੀ ਇਹ ਬੱਚਿਆਂ ਦੀ ਡਿਲੀਵਰੀਆਂ ਹੋਣੀਆਂ ਇਹ ਸਕਸੈਸਫੁਲ ਹੋ ਜਾਣ। ਇਹਨਾਂ ਦੇ ਜਿਹੜੇ ਬੱਚੇ ਦਾ ਬਰਥ ਵੇਟ ਹੁੰਦਾ ਹੈ, ਜਿਹੜੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜਾਂ ਮਦਰ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਉਸ ਦੀ ਮੈਂਟਲ ਵੈਲਬੀਂਗ ਉਸ ਟਾਈਮ ਪੀਰੀਅਡ ਵਿੱਚ ਸਟਰੋਂਗ ਰਹਿਣਾ। ਔਰ ਇੱਕ ਜਿਹੜਾ ਬਹੁਤ ਜ਼ਿਆਦਾ ਇਸ਼ੂ ਹੈਗਾ ਕਿ ਫਿਟੀਸਾਈਡ ਦਾ, ਇਨਫੈਂਟੀਸਾਈਡ ਦਾ, ਅੱਜ ਵੀ ਠੀਕ ਹੈ ਮੈਂ ਮੰਨਦੀ ਹਾਂ ਬਹੁਤ ਸਾਰੀ ਇਸ ਦੇ ਪਿੱਛੇ ਸਰਕਾਰ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ, ਬਟ ਸਮਵੇਅਰ ਮੈਨੂੰ ਲੱਗਦਾ ਹੈ ਕਿ ਅੱਜ ਵੀ ਜਿਹੜੀ ਮੰਗ ਹੈ ਉਹ ਮੁੰਡੇ ਦੀ ਹੈਗੀ ਹੈ। ਜਾਂ ਬੱਚਾ ਹੋਣ ਤੋਂ ਬਾਅਦ ਤੁਸੀਂ ਮਰਵਾ ਦਿੰਦੇ ਹੋ ਜਾਂ ਪਹਿਲਾਂ ਮਾਰ ਦਿੱਤਾ ਜਾਂਦਾ ਹੈ। ਤੇ ਮਦਰ ਨੂੰ ਪ੍ਰਿਪੇਅਰ ਕਰਨਾ ਕਿ ਜੇ ਕੁੜੀ ਹੋ ਵੀ ਗਈ ਨਾ ਹੈ, ਤੂੰ ਬੋਲਣਾ ਹੈ ਕਿ ਹਾਂ ਇਹ ਮੇਰੀ ਔਲਾਦ ਹੈ, ਮੈਨੂੰ ਨਹੀਂ ਮਰਨ ਦੇਵਾਂਗੇ। ਤੇ ਉਹ ਮਦਰ ਨੂੰ ਮੈਂਟਲੀ ਪ੍ਰਿਪੇਅਰ ਕਰਨਾ, ਇਹ ਸਾਰਾ ਇਸ ਸਕੀਮ ਦੇ ਅੰਡਰ ਰਹੇਗਾ, ਜਨਨੀ ਸੁਰੱਖਿਆ ਦੇ ਅੰਡਰ। ਔਰ ਮੈਂ ਚਾਹੁੰਦੀ ਹਾਂ ਕਿ ਸਰਕਾਰ ਸਾਡੇ ਲੋਕਾਂ ਦੀ ਹੈਲਪ ਕਰੇ। ਸਾਡੀ NGOs ਜੋ ਛੋਟੀ NGOs ਦੇ ਜਿਨ੍ਹਾਂ ਨੂੰ ਫੰਡਿੰਗ ਦੀ ਜ਼ਰੂਰਤ ਹੈਗੀ, ਅਸੀਂ ਜਦੋਂ ਮੈਨੂੰ ਲੱਗਦਾ ਹੈ ਕਿ ਜਿਹੜੀ MNCs ਹੈਗੀਆਂ ਨੇ, MNCs ਲਈ ਜਿਹੜੀ CSR ਐਕਟੀਵਿਟੀਜ਼ ਹੈਗੀ ਹੈ ਕਿੰਨੀ ਇੰਪੋਰਟੈਂਟ ਹੈ ਕਿ ਤੁਸੀਂ ਕਰਨੀ ਹੈ, ਮੈਂਡੇਟਰੀ ਹੈਗੀ। ਔਰ ਇਹ ਐਕਟੀਵਿਟੀਜ਼ ਨਹੀਂ ਕਰਦੇ ਔਰ ਇਹਨਾਂ ਦੇ ਉੱਤੇ ਕੋਈ ਚੈੱਕ ਵੀ ਨਹੀਂ ਹੈਗਾ। देयर इज़ नो रियलिटी चेक कि ਇਹ ਕਰ ਰਹੇ ਹੈ ਕਿ ਨਹੀਂ ਕਰ ਰਹੇ ਹੈ। ਉਹ ਪਤਾ ਨਹੀਂ ਉਹ ਪੈਸਾ ਉਹ ਕਿੱਧਰ ਜਾਂਦਾ ਹੈ ਜਿਹੜਾ MNCs ਦਾ ਹੁੰਦਾ ਹੈ। ਬਟ ਮੈਨੂੰ ਲੱਗਦਾ ਹੈ ਕਿ NGOs ਦੇ ਕੋਲ ਐਟਲੀਸਟ ਨਹੀਂ ਆਉਂਦਾ, ਬਿਕਾਜ਼ ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਬਟ ਮੈਂ ਕੁਝ NGOs ਮੈਂ NGO ਨੂੰ ਕੰਪਨੀਜ਼ ਨੇ ਅਸੀਂ ਭੇਜਿਆ ਉਹਨਾਂ ਨੂੰ ਲੈਟਰ ਕਿ ਸਾਨੂੰ ਚਾਹੀਦਾ ਹੈਗਾ, ਬਟ ਉਹਨਾਂ ਦੇ ਵੱਲੋਂ ਨਾ ਤੇ ਹਾਂ ਤੇ ਨਾ ਹੀ ਨਾ ਦਾ ਕੋਈ ਜਵਾਬ ਆਇਆ। ਸੋ ਨਾ ਤੇ ਫੇਵਰ ਵਿੱਚ ਤੇ ਨਾ ਅਗੇਂਸਟ ਵਿੱਚ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਤੇ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਅੱਛੇ ਪ੍ਰੋਗਰਾਮਸ ਨੇ ਇਹਨਾਂ ਨੂੰ ਫੰਡਿੰਗ ਦੀ ਜ਼ਰੂਰਤ ਹੈ ਜੋ ਕਿ ਸਰਕਾਰ ਕਰ ਸਕਦੀ ਹੈ, ਔਰ ਸਰਕਾਰ ਚਾਹੇ ਤਾਂ ਸਾਡੇ ਲੋਕਾਂ ਦੀ ਮਦਦ ਕਰ ਸਕਦੀ ਹੈ ਇੱਕ ਰਿਫਾਰਮ ਲੈ ਕੇ ਆਉਣ ਵਿੱਚ। ਔਰ ਇਸ ਵਿੱਚ ਮੈਨੂੰ ਲੱਗਦਾ ਹੈ ਕਿ ਜੋ ਛੋਟੀ NGOs ਹੈ ਇਹਨਾਂ ਨੂੰ ਜੁਆਇੰਟਲੀ ਕੰਮ ਕਰਨਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਉਹ NGO ਮੇਰੇ ਤੋਂ ਅੱਗੇ ਉਹ ਮੇਰੇ ਤੋਂ ਪਿੱਛੇ। ਮੈਨੂੰ ਲੱਗਦਾ ਹੈ ਜੋ ਵੀ ਇੱਕ ਰਿਫਾਰਮ ਲੈ ਕੇ ਆਉਣਾ ਚਾਹੁੰਦਾ ਉਹ ਸਾਰੀ NGOs ਕਲੱਬ ਹੋ ਕੇ ਵੀ ਇਕੱਠੇ ਕੰਮ ਕਰ ਸਕਦੀਆਂ ਹਨ। ਬਿਲਕੁਲ ਇੱਥੇ ਮੈਂ ਜ਼ਰੂਰ ਇੰਟਰਪਟ ਕਰੂੰਗੀ ਕਿ ਤੁਹਾਡਾ ਜਿਹੜਾ NGO ਹੈ ਤੁਸੀਂ ਕਿਹਾ ਕਿ ਇਕੱਲੇ ਕੰਮ ਕਰ ਰਹੇ ਹੋ ਬਿਕਾਜ਼ ਤੁਸੀਂ ਜ਼ਿਆਦਾ ਹਾਈਪ ਨਹੀਂ ਸੀ ਚਾਹੁੰਦੇ, ਤੁਸੀਂ ਸਿਰਫ ਕੰਮ ਸੀ ਕਰਨਾ ਚਾਹੁੰਦੇ, ਰਾਈਟ। ਸੋ ਕਿਸੇ ਨੇ ਅੱਗੇ ਆ ਕੇ ਕਿਹਾ ਨਹੀਂ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ। ਵੈਸੇ ਆਲਰੇਡੀ ਬਹੁਤ ਸਾਰੇ ਸੋਸ਼ਲ ਵਰਕਰਸ ਨੇ ਉਹ ਕੰਮ ਕਰ ਰਹੇ ਨੇ। ਕੁਝ ਇਹੋ ਜਿਹਾ ਇਨਸੀਡੈਂਟ ਹੋਇਆ ਜਦ ਕਿਹਾ ਕਿ ਚਲੋ ਅਸੀਂ ਤੁਹਾਡੇ ਨਾਲ ਆ ਜਾਂਦੇ ਨੇ ਬਟ ਵੀ ਵਾਂਟ ਦੈਟ ਫੇਮ, ਮਤਲਬ ਅਸੀਂ ਨਾਮ ਬਣਨਾ ਚਾਹੁੰਦੇ ਤੁਹਾਡੇ ਫਾਊਂਡੇਸ਼ਨ ਦਾ, ਜੋ ਕੰਮ ਤੁਸੀਂ ਕਰੋ ਤੇ ਨਾਮ ਸਾਨੂੰ ਮਿਲੇ, ਇੱਦਾਂ ਦਾ ਕੁਝ ਹੋਇਆ? ਇੱਦਾਂ ਤਾਂ ਤੇ ਨਹੀਂ ਸੀਗਾ, ਬਟ ਇੱਕ ਸੰਦੀਪ ਸਰ ਹੈਗੇ ਨੇ ਓਪਨ ਆਈਜ਼ ਫਾਊਂਡੇਸ਼ਨ ਵਾਲੇ, ਉਹਨਾਂ ਨੇ ਜ਼ਰੂਰ ਮੈਨੂੰ ਸਪੋਰਟ ਕੀਤਾ ਹੈ ਕਿ ਤੁਸੀਂ ਕੰਮ ਬਹੁਤ ਅੱਛਾ ਕਰ ਰਹੇ ਹੋ ਐਂਡ ਆਲ। ਕੁਝ ਹੁੰਦੇ ਨੇ, ਦੇਖੋ ਜਦੋਂ ਤੁਸੀਂ ਕੋਈ ਵੀ ਕੰਮ ਸਟਾਰਟ ਕਰਦੇ ਹੋ ਤੇ ਜੇ ਤੁਸੀਂ ਇਹ ਉਮੀਦ ਰੱਖੋ ਕਿ ਤੁਹਾਡੀ ਫੈਮਿਲੀ ਜਾਂ ਤੁਹਾਡੇ ਆਪਣੇ ਜਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਹੁੰਦੇ ਨੇ ਉਹ ਤੁਹਾਡੇ ਨਾਲ ਖੜੇ ਹੋਣਗੇ, ਤੁਹਾਡੀ ਸਪੋਰਟ ਬਣਨਗੇ, ਉੱਥੇ ਤੁਸੀਂ ਬਿਲਕੁਲ ਗਲਤ ਹੋ। ਉਹ ਉਮੀਦ ਵੀ ਰੱਖਣੀ ਮੈਨੂੰ ਲੱਗਦਾ ਉਹਨਾਂ ਤੋਂ ਗਲਤ ਹੁੰਦੀ ਹੈ, ਬਿਕਾਜ਼ ਇੱਕ ਤੇ ਇੱਕ ਕੰਮ ਮੇਰਾ ਇਹੋ ਜਿਹਾ ਹੈ ਜੋ ਆਊਟ ਆਫ ਦਾ ਵੇ ਹੈਗਾ। ਜੋ ਤੁਸੀਂ ਇੱਕ ਨੋਰਮਲ ਕੁੜੀ ਤੋਂ ਸ਼ਾਇਦ ਮਤਲਬ ਅੱਜ ਵੀ ਫੈਮਲੀਜ਼ ਜਿਹੜੀ ਹੈਗੀਆਂ ਨੇ ਪੈਟਰੀਆਰਕੀ ਇੰਨੀ ਜ਼ਿਆਦਾ ਹਾਈ ਹੈਗੀ ਹੈ ਸਾਡੀ ਫੈਮਲੀਜ਼ ਵਿੱਚ, ਤੇ ਉਹ ਨਹੀਂ ਐਕਸੈਪਟ ਕਰਦੇ ਦੈਟ ਵਾਟ ਇਜ਼ ਦਿਸ, ਵਾਟ ਆਰ ਯੂ ਡੂਇੰਗ। ਇਹ ਉਹਨਾਂ ਦਾ ਰਵੱਈਆ ਕਿਤੇ ਨਾ ਕਿਤੇ ਰਹਿੰਦਾ ਹੈ। ਤੇ ਆਊਟਸਾਈਡਰਸ ਆਫ ਕੋਰਸ ਹੁੰਦੇ ਨੇ ਜਿਹੜੇ ਥੋੜੀ ਬਹੁਤ ਹੈਲਪ ਕਰਦੇ ਨੇ, ਬਟ ਫਾਈਨੈਂਸ਼ੀਅਲੀ ਓਬਵੀਅਸਲੀ ਨੋ ਵਨ ਵੁੱਡ ਲਾਈਕ ਟੂ ਕਮ ਫੋਰਵਰਡ ਤੇ ਉਹ ਮੇਰੀ ਮਦਦ ਕਰਨਾ ਚਾਹਣਗੇ। ਬਟ ਯੈਸ ਇਸ ਚੀਜ਼ ਨੂੰ ਥੋੜਾ ਟਾਈਮ ਲੱਗ ਰਿਹਾ ਹੈ ਅੱਗੇ ਆਉਣ ਲਈ, ਔਰ ਮੈਨੂੰ ਲੱਗ ਰਿਹਾ ਜੋ ਇੱਕ ਸਾਡਾ
ਪਲੇਟਫਾਰਮ ਹੈਗਾ ਜੋ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਕਿ ਸਾਡੇ ਨਾਲ ਆਓ, ਸਾਡੇ ਨਾਲ ਜੁੜੋ। ਇੱਕ ਅਸੀਂ ਦੇਖੋ, ਅੱਜ ਜੇ ਮੇਰਾ ਇੱਕ ਪ੍ਰੋਗਰਾਮ ਹੈਗਾ, ਪ੍ਰੋਜੈਕਟ ਮੇਰਾ ਚੱਲ ਰਿਹਾ, ਪ੍ਰੋਜੈਕਟ ਪਿੰਕ, ਜੇ ਇਸ ਦੇ ਅੰਡਰ ਅਸੀਂ ਸਵਿੰਗ ਮਸ਼ੀਨਸ ਜਿਹੜੀਆਂ ਹੈਗੀਆਂ ਜੇ ਅਸੀਂ ਵਿਮਨ ਨੂੰ ਪ੍ਰੋਵਾਈਡ ਕਰੀਏ, ਉਸ ਲਈ ਸਾਨੂੰ ਫੰਡਸ ਚਾਹੀਦੇ ਨੇ। ਫੰਡਸ ਹੁਣ ਸਾਡੇ ਕੋਲ ਨਹੀਂ ਹੈਗੇ, ਅਸੀਂ ਮੰਗੀਏ ਤੇ ਠੀਕ ਹੈ, ਔਨ ਐਂਡ ਆਫ ਕਿੱਧਰੋਂ ਕਦੀ ਕੋਈ ਆ ਗਿਆ ਤੇ ਆ ਗਿਆ, ਅਦਰਵਾਈਜ਼ ਨਹੀਂ ਹੈਗੀ ਫੰਡਿੰਗ। ਪਰ ਜੇ ਅਸੀਂ ਵਾਕਈ ਸਾਡੀ ਇਹ ਸੋਚ ਹੈਗੀ ਕਿ ਅਸੀਂ ਇਸ ਜਿਹੜੀ ਅਨਐਮਪਲੋਇਮੈਂਟ ਹੈਗੀ ਇਹਨੂੰ ਖਤਮ ਕਰਨਾ ਹੈ, ਜ਼ੁਬਾਨੀ ਨਹੀਂ ਕਰਕੇ ਦਿਖਾਣਾ ਹੈ, ਤੇ ਤੁਸੀਂ ਅੱਗੇ ਆਓਗੇ, ਤੁਸੀਂ ਉਹ ਪੈਸਾ ਸਹੀ ਜਗ੍ਹਾ ਦੋਗੇ। ਬਟ ਇਹ ਫਾਊਂਡੇਸ਼ਨਸ ਜਾਂ ਜਿਹੜੇ ਲੋਕ ਹੈਗੇ ਨੇ ਜਿਹੜੇ ਪੈਸਾ ਦਿੰਦੇ ਨੇ, ਉਹ ਉੱਥੇ ਦਿੰਦੇ ਨੇ ਜਿੱਥੇ 4 ਫੋਟੋਆਂ ਉਹਨਾਂ ਦੀਆਂ ਨਾਲ ਆਉਣਗੀਆਂ, ਜਿੱਥੇ ਉਹਨਾਂ ਨੂੰ ਵੱਡੀ ਵੱਡੀ ਹਾਈਲਾਈਟ ਮਿਲੇਗੀ, ਜੀ ਮੈਂ ਇੱਥੇ ਪੈਸਾ ਦਿੱਤਾ। ਅਸੀਂ ਉਹ ਵੀ ਕਰਨ ਨੂੰ ਤਿਆਰ ਆ, ਜੇ ਤੁਸੀਂ ਉਹ ਚਾਹੁੰਦੇ ਹੋ ਅਸੀਂ ਤੁਹਾਨੂੰ ਹਾਈਪ ਵੀ ਦੇਣ ਨੂੰ ਤਿਆਰ ਹਾਂ। ਬਟ ਦਾ ਓਨਲੀ ਥਿੰਗ, ਤੁਸੀਂ ਆਓ ਤਾਂ ਸੀ ਨਾ ਅੱਗੇ। ਜੇ ਅੱਜ ਸਾਨੂੰ ਸਵਿੰਗ ਮਸ਼ੀਨ ਦੀ ਜ਼ਰੂਰਤ ਹੈਗੀ ਹੈ, ਤੇ ਮੈਨੂੰ ਲੱਗਦਾ ਜੇ ਅਸੀਂ 50 ਸਵਿੰਗ ਮਸ਼ੀਨਸ ਵੀ ਕਿਧਰੇ ਅਸੀਂ ਪ੍ਰੋਵਾਈਡ ਕਰਾ ਦਈਏ, ਤੇ ਅਸੀਂ ਜਿਸ ਤਰੀਕੇ ਨਾਲ ਸੈਨੀਟਰੀ ਪੈਡਸ ਬਣਾ ਰਹੇ ਹਾਂ ਤੇ ਇੱਕ ਪੈਡ ਦਾ ਅਸੀਂ 10 ਰੁਪਇਆ ਦਿੰਦੇ ਹਾਂ, ਤੇ ਜੇ 10 ਰੁਪਏ ਜਾਣਗੇ ਤੇ ਕਿੰਨੇ ਲੋਕਾਂ ਦੇ ਘਰਾਂ ਦੀ ਗਰੀਬੀ, ਮਤਲਬ ਇੱਕ ਵਿਮਨ ਆਪਣੇ ਲਈ ਹੀ ਸੋਰਸ ਜਿਹੜਾ ਹੈਗਾ ਪੈਸੇ ਦਾ ਸਟਾਰਟ ਕਰ ਸਕਦੀ ਹੈ। ਤੇ ਆਈ ਗੈਸ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਟੂ ਹੈਲਪ ਸਮਾਲ ਐਨਜੀਓਜ਼। ਸੋ ਐਜ਼ ਅ ਸਟੂਡੈਂਟ ਮੈਂ ਬਾਰ-ਬਾਰ ਇੱਥੇ ਮੈਂਸ਼ਨ ਕਰਨਾ ਚਾਹੂੰਗੀ, ਨਾ ਹੀ ਤੁਹਾਨੂੰ ਕਵਰੇਜ ਮਿਲੀ, ਨਾ ਹੀ ਕੋਈ ਅੱਗੇ ਲੈ ਕੇ ਆਇਆ, ਬਟ ਵੀ ਆਰ ਬਲੈਸਡ ਦੈਟ ਵੀ ਆਰ ਟਾਕਿੰਗ ਟੂ ਯੂ। ਸੋ ਐਜ਼ ਅ ਸਟੂਡੈਂਟ ਮਤਲਬ 1.5 ਸਾਲ ਤੁਹਾਨੂੰ ਹੋ ਗਿਆ ਇਹ ਕੰਮ ਕਰਦੇ ਕਰਦੇ, ਪੜ੍ਹਾਈ ਦੇ ਨਾਲ ਹੀ ਕਰ ਰਹੇ ਹੋ, ਕੁਛ ਦਿਮਾਗ ਦੇ ਵਿੱਚ ਅੰਦਾਜ਼ਾ ਹੈ ਜਾਂ ਸਿਰਫ ਕੰਮ ਕਰ ਹੀ ਜਾ ਰਹੇ ਹੋ ਕਿ ਕਿੰਨੇ ਲੇਡੀਜ਼ ਨੂੰ ਹੈਲਪ ਕੀਤਾ ਮੈਂਟਲੀ, ਫਿਜ਼ੀਕਲੀ, ਜਾਂ ਕਿੰਨਾ ਕੀ ਹਲੇ ਤੱਕ ਕੰਮ ਹੋਇਆ ਹੈ? ਕੁਛ ਹੈ ਯਾਦ, ਕੋਈ ਆਂਕੜਾ? ਮੈਂ ਇੱਦਾਂ ਅੰਕੜਾ ਤੇ ਨਹੀਂ ਦੇ ਸਕਦੀ, ਬਟ ਮੈਨੂੰ ਇਹ ਲੱਗਦਾ ਕਿ ਜਿੱਥੇ ਮੈਂ ਜਾਂਦੀ ਹਾਂ ਉੱਥੇ ਇੱਕ ਉਮੀਦ ਛੱਡ ਕੇ ਆਉਂਦੀ ਹਾਂ, ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ ਅੱਜ ਮੈਨੂੰ ਹੁਣੇ ਕੋਵਿਡ ਜਦੋਂ ਪ੍ਰੋਬਲਮ ਆਂਦੀ ਰਹੀ ਹੈ, ਤੇ ਇੱਥੇ ਸੈਕਟਰ 52 ਖਜੇੜੀ ਦੇ ਅੰਦਰ ਬਹੁਤ ਜ਼ਿਆਦਾ ਪ੍ਰੋਬਲਮ ਹੋਈ, ਕਿਉਂਕਿ ਇੱਥੇ ਇਲੈਕਟ੍ਰਿਸਿਟੀ ਨਹੀਂ ਸੀਗੀ। ਜ਼ਮੀਨ ਕਿਸੇ ਦੀ ਹੈਗੀ, ਉੱਤੇ ਝੁੱਗੀਆਂ ਬਣੀਆਂ ਹੋਈਆਂ ਹੈਗੀਆਂ, ਪਰ ਉੱਥੇ ਕਿਸੇ ਨੂੰ ਨਾ ਤੇ ਉੱਥੇ ਪਾਣੀ ਹੈਗਾ 10 ਸਾਲਾਂ ਤੋਂ, ਤੇ ਨਾ ਹੀ ਉੱਥੇ ਬਿਜਲੀ ਦਾ ਮੀਟਰ ਇੰਡੀਪੈਂਡੈਂਟ ਲੱਗਿਆ ਹੋਇਆ ਸੀਗਾ। ਜਦ ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਝੁੱਗੀ ਵਾਲਿਆਂ ਨੇ ਇਕੱਠੇ ਹੋ ਕੇ ਕਿ ਸਾਨੂੰ ਇੱਥੇ ਇਲੈਕਟ੍ਰਿਸਿਟੀ ਦਾ ਜਿਹੜਾ ਹੈਗਾ ਮੀਟਰ ਵਗੈਰਾ ਲਗਵਾਉਣਾ ਹੈਗਾ, ਤੇ ਉਹਨਾਂ ਨੇ ਜਿਹੜਾ ਮਾਲਿਕ ਸੀਗਾ ਉਹਨੇ ਮਨਾ ਕਰਤਾ ਕਿ ਅਸੀਂ ਨਹੀਂ ਲਗਵਾ ਕੇ ਦੇਵਾਂਗੇ। ਲੋਕਾਂ ਨੇ ਪੈਸੇ ਪਾਏ ਇਕੱਠੇ ਕਰਕੇ, ਸਾਰਾ ਇਹਨਾਂ ਨੇ ਕੀਤਾ। ਪ੍ਰੋਬਲਮ ਆਈ ਉਲਟਾ ਲੋਕਾਂ ਦੇ ਉੱਤੇ, ਜਿਹੜੇ ਮਤਲਬ ਹਾਈ ਕੋਰਟ ਦੀ ਜੋ ਵੀ ਸਾਡੀ ਜਜਮੈਂਟ ਆਈ ਜੋ ਵੀ ਸੀਗਾ, ਉਹਦੇ ਵਿੱਚ ਲੋਕਾਂ ਨੂੰ ਬੋਲਤਾ ਉਹਨਾਂ ਨੇ ਕਿ ਤੁਸੀਂ 1 ਲੱਖ ਸਮਥਿੰਗ ਤੁਸੀਂ ਪੇ ਕਰਨਾ ਹੈ। ਉਹਨਾਂ ਨੇ ਇਕੱਠੇ ਹੋ ਕੇ 60,000 ਰੁਪਏ ਦੇ ਅਰਾਊਂਡ ਪੇ ਕਰਤਾ ਕਿ ਸਾਡਾ ਮੀਟਰ ਲਗਾ ਦਿਓ। 10 ਦਿਨ ਹੋ ਗਏ ਸਾਨੂੰ ਇੱਥੇ ਮੱਛਰਾਂ ਵਿੱਚ ਰਹਿੰਦੇ ਹੋਏ, ਬੱਚੇ ਸਾਡੇ ਛੋਟੇ ਛੋਟੇ ਨੇ। ਉਹਨਾਂ ਨੇ ਮੇਰੇ ਨਾਲ ਫੋਟੋਜ਼ ਸ਼ੇਅਰ ਕੀਤੀਆਂ। ਲੱਕੀਲੀ ਉਹ ਥੋੜੀ ਬਹੁਤ ਜਿਵੇਂ ਵੀ ਕਰਕੇ ਅਸੀਂ ਲੋਕ ਉਹਨਾਂ ਦੀ ਹੈਲਪ ਕਰ ਸਕੇ। ਤੇ ਉਸ ਲੇਡੀ ਦਾ ਮੈਨੂੰ फ़ोन ਆਇਆ, आप नानकी जी बोल रहे हैं? मैं क्या नहीं, मैं नानकी जी तो नहीं, पर मैंने इन्नी गल याद आ गई सी, ये कोई मेरी NGO तो रिलेटेड है जो इन्होंने मैंने बोलिया। कहती आप हमारे पास पैड्स के लिए आते हो ना दीदी, तो हमें एक ज़रूरत थी आपसे। सो दिस इज़ हाउ मैनू लगता है एक जी मेरी आइडेंटिटी, एक पहचान, कि जिथे मैं जाती हाँ मैनू लगता है एक छाप छड्डी जा रही हैगी। जे कभी पैड्स की ज़रूरत पैंदी है, वो मैनू फ़ोन करते हैं कि सानू पैड्स चाहिए ने। तो एक बहुत अच्छा एक्सपीरियंस मेरे नाल हैगा, मेरे नाल स्क्रीनशॉट भी मेरे फ़ोन 'च पिया होया हैगा। सोशल वर्क डिपार्टमेंट की कुड़ी हैगी है किरण, ਤੇ ਉਸਨੇ ਮੇਰੇ ਤੋਂ ਪੈਡਸ ਲਿੱਤੇ। ਉਹਨੂੰ ਬਹੁਤ ਜ਼ਿਆਦਾ ਗਾਇਨੋਕੋਲੋਜੀਕਲ ਇਸ਼ੂਜ਼ ਹੋਣ ਲੱਗੇ ਸੀ, ਤੇ ਡਾਕਟਰ ਨੇ ਉਹਨੂੰ ਬੋਲਿਆ ਸੀਗਾ ਕਿ ਟਰਾਈ ਕਰੋ ਕਿ ਪਲਾਸਟਿਕ ਪੈਡਸ ਬੰਦ ਕਰਕੇ ਕਿਸੇ ਹੋਰ ਚੀਜ਼ 'ਤੇ ਸਵਿਚ ਕਰੋ। ਬਟ ਸ਼ੀ ਵਾਜ਼ ਲਾਈਕ ਵੈਰੀ ਅਨਕੰਫਰਟੇਬਲ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਸਵਿਚ ਔਨ ਕਰ ਪਾਵਾਂਗੀ ਕਿਸੇ ਹੋਰ ਚੀਜ਼ 'ਤੇ। ਬਟ ਦੈਨ ਸ਼ੀ ਟੁਕ ਪੈਡਸ ਫਰਮ ਮੀ, ਸ਼ੀ ਟਰਾਈਡ ਐਂਡ ਸ਼ੀ ਵਾਜ਼ ਲਾਈਕ ਕਿ ਮੇਰੀ ਇੰਨੀ ਦੇਰ ਤੋਂ ਜੋ ਰੈਸ਼ਿਜ਼ ਦੀ ਪ੍ਰੋਬਲਮ, ਜੋ ਸਕਿਨ 'ਤੇ ਮੇਰੀ ਪ੍ਰੋਬਲਮ ਆ ਰਹੀ ਸੀ, ਇਨਫੈਕਸ਼ਨ ਮੈਨੂੰ ਹੋ ਗਈ ਸੀ ਬੈਕਟੀਰੀਅਲ, ਉਹਨੂੰ ਨਾਲ ਫੰਗਲ ਇਨਫੈਕਸ਼ਨ ਜੋ ਹੋਈ, ਕਹਿੰਦੀ ਵਿਦ ਦ ਹੈਲਪ ਆਫ ਥੀਸ ਪੈਡਸ ਮੇਰੀ ਉਹ ਪ੍ਰੋਬਲਮ ਖਤਮ ਹੋ ਗਈ ਹੈ। ਅਤੇ ਇਸ ਦੇ ਮੈਨੂੰ ਲੱਗਦਾ ਟਰਮੈਂਡਸ ਰਿਜ਼ਲਟਸ ਹੈਗੇ ਨੇ। ਜੇ ਤੁਸੀਂ ਟਰਾਈ ਕਰੋ, ਤੁਸੀਂ ਦੇਖੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਹਾਊ ਗੁੱਡ ਇਟ ਇਜ਼। ਔਰ ਸਭ ਤੋਂ ਅੱਛੀ ਗੱਲ, ਜੋ ਬਲੱਡ ਸਾਡੀ ਬੋਡੀ ਦਾ ਹੈਗਾ, ਜਦੋਂ ਤੁਸੀਂ ਉਹ ਬਲੱਡ ਆਪਣਾ ਖੁਦ ਦੇਖਦੇ ਹੋ, ਮੈਨੂੰ ਲੱਗਦਾ ਹੈ ਜਦੋਂ ਤੁਸੀਂ ਪਲਾਸਟਿਕ ਪੈਡਸ ਯੂਜ਼ ਕਰਦੇ ਹੋ ਤੁਸੀਂ ਡਿਸਪੋਜ਼ ਆਫ ਕਰ ਦਿੰਦੇ ਹੋ, ਤੁਹਾਨੂੰ ਲੱਗਦਾ ਹੈ ਉਹ ਸਮੈਲ, ਉਹ ਤੁਹਾਨੂੰ ਲੱਗਦੀ ਹੈ ਗੰਦਗੀ। ਪਰ ਜਦੋਂ ਤੁਸੀਂ ਕਾਟਨ ਪੈਡਸ ਯੂਜ਼ ਕਰਦੇ ਹੋ, ਤੁਸੀਂ ਉਹਨੂੰ ਵਾਸ਼ ਕਰਦੇ ਹੋ ਲਾਈਕ ਯੋਰ ਓਨ ਕਲੋਥਸ, ਠੀਕ ਹੈ, ਅਤੇ ਉਹ ਤੁਹਾਨੂੰ ਆਪਣੇ ਆਪ ਨਾਲ ਪਿਆਰ ਹੁੰਦਾ ਹੈ ਕਿ ਦਿਸ ਇਜ਼ ਸਮਥਿੰਗ ਮਾਈਨ, ਇਹ ਮੇਰਾ ਹੈ ਜੋ ਵੀ ਹੈਗਾ। ਸੋ ਇੱਕ ਇਹ ਮੈਨੂੰ ਲੱਗਦਾ ਮੈਂਟੈਲਿਟੀ ਵਿੱਚ ਬਹੁਤ ਜ਼ਿਆਦਾ ਰੈਵੋਲੂਸ਼ਨ ਹੈ, ਕਿਉਂਕਿ ਜਦੋਂ ਮੈਂ ਪਹਿਲਾਂ ਜਾਂਦੀ ਸੀਗੀ ਸਲਮ ਏਰੀਆਜ਼ ਵਿੱਚ, ਅਤੇ ਮੈਂ ਉਹਨੂੰ ਕਹਿੰਦੀ ਸੀ ਆਪਕੋ ਮਾਹਵਾਰੀ ਪਤਾ ਹੈ, ਆਪਕੋ ਪੀਰੀਅਡਸ ਪਤਾ ਹੈ, ਤਾਂ ਅੱਗੋਂ ਮੈਨੂੰ ਕਹਿੰਦੀਆਂ ਸੀ वो गंदी चीज़ होती है क्योंकि ये गंदा खून होता है। तो मैंने कहती थी नहीं, ये गंदा खून नहीं होता, ये अच्छा वाला खून होता है, लेकिन तुम्हें बताया इस तरीके से जाता है, तुम्हारी सोच ऐसी बना दी गई है। तो ਇੰਨੇ ਜ਼ਿਆਦਾ ਸਾਡੇ ਸ਼ੈਕਲਸ ਨੇ ਮੈਨੂੰ ਲੱਗਦਾ ਜਿਨ੍ਹਾਂ ਨੂੰ ਬ੍ਰੇਕ ਡਾਊਨ ਕਰਨਾ ਜ਼ਰੂਰੀ ਹੈਗਾ, ਕਿ ਜਿਹੜੀਆਂ ਔਰਤਾਂ ਹਨ ਉਹਨਾਂ ਦੇ ਅੰਦਰ ਆਪਸ ਵਿੱਚ ਉਹ ਗੱਲ ਨਹੀਂ ਕਰ ਪਾਉਂਦੀਆਂ, ਸ਼ਰਮਾਉਂਦੀਆਂ, ਮਤਲਬ ਮੂੰਹ 'ਤੇ ਦੁਪੱਟਾ ਰੱਖਣਗੀਆਂ, ਹੈ ਨਾ, ਉਹ ਮਿੱਠਾ ਮਿੱਠਾ ਮੁਸਕਰਾਉਣਗੀਆਂ ਕਿ ਇਹ ਦੀਦੀ ਮੇਰੇ ਤੋਂ ਕੀ ਪੁੱਛ ਰਹੀ ਹੈ। ਅਤੇ ਮੈਂ ਗਵਰਨਮੈਂਟ ਸਕੂਲਸ ਵਿੱਚ ਜਾਂਦੀ ਹਾਂ,
ਧਨਾਸ ਦੇ ਜਿਹੜੇ 3-4 ਹੈਗੇ ਮੈਂ ਉੱਥੇ ਕਵਰ ਕੀਤੇ ਨੇ, ਸੈਕਟਰ 19 ਦੇ ਕਵਰ ਕੀਤੇ ਹੈ, ਜਿਹਦੇ ਵਿੱਚ ਮੈਂ ਉਹਨਾਂ ਨੂੰ ਜਾ ਕੇ ਅਵੇਅਰਨੈਸ ਦਿੱਤੀ ਹੈ ਕਿ ਦੇਖੋ ਜਿਹੜਾ ਬੱਚਾ ਹਾਲਾਂ ਆ ਰਿਹਾ ਹੈ, ਜਿਸ ਬੱਚੇ ਨੇ ਹਾਲਾਂ ਸਟਾਰਟ ਕਰਨਾ ਹੈ, ਤੇ ਉਹਨੂੰ ਪਹਿਲਾਂ ਹੀ ਅਸੀਂ ਆਦਤ ਪਾ ਦਈਏ ਕਿ ਤੁਸੀਂ ਸੈਨੇਟਰੀ ਨੈਪਕਿਨਸ ਪਲਾਸਟਿਕ ਵਾਲੇ ਨਹੀਂ ਯੂਜ਼ ਕਰਨੇ, ਨਾ ਤੁਹਾਡੀ ਹੈਲਥ ਲਈ ਅੱਛੇ ਨਾ ਇਨਵਾਇਰਨਮੈਂਟ ਲਈ ਅੱਛਾ, ਇਨਵਾਇਰਨਮੈਂਟ ਫ੍ਰੀ ਉਹ ਨਹੀਂ ਹੈਗੇ ਫਰੈਂਡਲੀ। ਤੇ ਮੈਨੂੰ ਲੱਗਦਾ ਉਹਨਾਂ ਦੀ ਅਸੀਂ ਸੋਚ ਜੇ ਬਚਪਨ ਤੋਂ ਇੱਦਾਂ ਦੀ ਬਣਾ ਦਈਏ, ਜੇ ਅਸੀਂ ਕਲੌਥ ਪੈਡਸ ਯੂਜ਼ ਕਰਨੇ ਨੇ, ਤੇ ਉਹ ਬਹੁਤ ਜ਼ਿਆਦਾ ਸਾਨੂੰ ਇੱਕ ਬੈਟਰ ਰਿਜ਼ਲਟ ਸਾਡੇ ਫਿਊਚਰ ਲਈ ਦੇ ਸਕਦੇ ਹੈ। ਐਂਡ ਬਹੁਤ ਸਾਰੇ ਵਿਮਨ ਦੀ ਅੱਗੇ ਫਿਰ ਹੋਰ ਹੈਲਪ ਹੋ ਸਕਦੀ ਹੈ, ਜਿਵੇਂ ਕਿ ਸਾਨੂੰ ਪਤਾ ਹੈ ਪ੍ਰੈਗਨੈਂਸੀ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਿਕਾਜ਼ ਆਫ ਪਲਾਸਟਿਕ। ਐਂਡੋਮੀਟਰੀਓਸਿਸ ਦੀ ਪ੍ਰੋਬਲਮ ਹੈ, ਜਿੱਥੇ ਕਨਫਰਮ ਕੀਤਾ ਗਿਆ ਹੈ ਕਿ ਪਲਾਸਟਿਕ ਦੀ ਵਜ੍ਹਾ ਨਾਲ ਬਹੁਤ ਪ੍ਰੋਬਲਮਸ ਆਉਂਦੀਆਂ, ਜਿੱਥੇ ਕੈਂਸਰ ਵਰਗੀ ਪ੍ਰੋਬਲਮਸ, ਕਿਉਂਕਿ ਬਹੁਤ ਜ਼ਿਆਦਾ ਫ੍ਰੈਗਰੈਂਸ ਉਹਦੇ ਅੰਦਰ ਹੁੰਦੀ ਹੈ, ਇਹ ਉਹ, ਤਾਂ ਕਿੰਨੇ ਜ਼ਿਆਦਾ ਕਾਰਸੀਨੋਜਨਸ ਜਿਹੜੇ ਉਹਦੇ ਵਿੱਚ ਹੈਗੇ ਸਾਨੂੰ ਬਹੁਤ ਜ਼ਿਆਦਾ ਹੈਲਥ ਇਸ਼ੂਜ਼ ਦਿੰਦੇ ਨੇ, ਜੋ ਸਾਨੂੰ ਪਤਾ ਨਹੀਂ ਚੱਲਦਾ, ਕਿਉਂਕਿ ਇੱਕ ਅੰਡਰਗਰਾਊਂਡ ਚੀਜ਼ ਹੈ ਜੋ ਅੰਡਰ ਵਾਲੇ ਲੈਵਲ ਤੇ ਹੋ ਰਹੀ ਹੈ, ਤੇ ਉਹ ਪਤਾ ਨਹੀਂ ਉਹ ਕਿੰਨਾ ਕੁ ਤੁਹਾਡੇ ਲਈ ਹਾਰਮਫੁਲ ਹੈਗਾ। ਕਿਉਂਕਿ ਜਦੋਂ ਸਾਡੇ ਦੇਖੋ ਗ੍ਰੈਂਡ ਪੈਰੈਂਟਸ ਸੀਗੇ, ਗ੍ਰੈਨੀਜ਼ ਜਿਹੜੀਆਂ ਸੀਗੀਆਂ ਸਾਡੀਆਂ, ਉਹ ਕਿੰਨਾ ਕੁ ਪਲਾਸਟਿਕ ਯੂਜ਼ ਕਰਦੇ ਸੀ, ਦੇ ਆਲਵੇਜ਼ ਯੂਜ਼ ਟੂ ਹੈਵ ਥੀਸ ਕੱਪੜਾ ਰੋਲਡ, ਔਰ ਉਹ ਲਗਾ ਲੈਂਦੇ ਸੀਗੇ, ਬਸ ਇੰਨਾ ਹੀ ਕਿਸੇ ਨਾ। ਤੇ ਉਹ ਜੇ ਮੈਨੂੰ ਲੱਗਦਾ ਹੈ ਪੁਰਾਣੀ ਚੀਜ਼ਾਂ ਨੂੰ, ਜਿਵੇਂ ਅਸੀਂ ਯੋਗਾ ਤੇ ਵਾਪਿਸ ਪਹੁੰਚ ਗਏ, ਮੈਡੀਟੇਸ਼ਨ ਤੇ ਵਾਪਿਸ ਪਹੁੰਚ ਗਏ, ਇੰਨੇ ਸਟ੍ਰੈਸ ਵਿੱਚ ਆ ਕੇ, ਤੇ ਮੈਨੂੰ ਲੱਗਦਾ ਜਦੋਂ ਪੁਰਾਣੀ ਚੀਜ਼ਾਂ ਨੂੰ ਵਾਪਿਸ ਅਸੀਂ ਲੈ ਕੇ ਆਵਾਂਗੇ ਨਾ, ਤੇ ਇੱਕ ਹੈਲਥ ਵਿੱਚ ਬਹੁਤ ਵੱਡਾ ਰੈਵੋਲੂਸ਼ਨ ਆਏਗਾ, ਇੱਕ ਸੋਸਾਇਟੀ ਵਿੱਚ ਬਹੁਤ ਵੱਡਾ ਰੈਵੋਲੂਸ਼ਨ ਆ ਸਕਦਾ ਹੈ ਵਿਮਨ ਨੂੰ ਲੈ ਕੇ। ਜੀ, ਉਹ ਅਸੀਂ ਦੇਖ ਸਕਦੇ ਹਾਂ ਤੁਹਾਡੀ ਗੱਲਾਂ ਦੇ ਰਾਹੀਂ, ਮੈਂ ਵਿਜ਼ੂਅਲਾਈਜ਼ ਕਰ ਸਕਦੀ ਹਾਂ ਕਿ ਹਾਓ ਤੁਸੀਂ ਕਿੱਦਾਂ ਮਤਲਬ ਟਫ, ਆਲਮੋਸਟ ਟਫ ਹੀ ਇਹਨੂੰ ਕਹਿ ਸਕਦੇ ਹਾਂ। ਬਿਕਾਜ਼ ਤੁਸੀਂ ਪਹਿਲਾਂ ਜਾ ਕੇ ਇੱਕ ਗਰੁੱਪ ਦੇ ਅੰਦਰ ਤੁਸੀਂ ਘੁਸ ਰਹੇ ਹੋ, ਹੈ ਨਾ, ਇੱਕ ਐਸੀ ਏਰੀਆ ਦੇ ਅੰਦਰ ਜਿੱਥੇ ਵਿਮਨ ਓਪਨਲੀ ਗੱਲ ਕਰਨ ਲਈ ਰੈਡੀ ਨਹੀਂ ਹੈ, ਉਹਨਾਂ ਨੂੰ ਤੁਹਾਨੂੰ ਕਾਉਂਸਲ ਕਰਨਾ ਪੈਂਦਾ, ਤੁਹਾਨੂੰ ਬਿਠਾਉਣਾ ਪੈਂਦਾ ਹੈ ਕਿ ਅਸੀਂ ਵੀ ਤੁਹਾਡੇ ਵਰਗੀ ਨੋਰਮਲ ਕੁੜੀਆਂ ਹੈਗੀਆਂ ਆ, ਅਸੀਂ ਤੁਹਾਡੇ ਲਈ ਕੰਮ ਕਰਨਾ ਚਾਹ ਰਹੇ ਹਾਂ, ਤੁਹਾਨੂੰ ਅਵੇਅਰਨੈਸ ਦੇਣਾ ਚਾਹ ਰਹੇ ਹਾਂ, ਤੇ ਪਹਿਲੀ ਵਾਰੀ ਵਿੱਚ ਕਦੇ ਵੀ ਕੋਈ ਨਹੀਂ ਖੁੱਲਦਾ। ਐਂਡ ਓਬਵੀਅਸਲੀ ਜਦੋਂ ਮੈਂ ਉਹਨਾਂ ਨੂੰ ਪੈਡਸ ਦਿੰਦੀ ਹਾਂ, ਉਹਨਾਂ ਨੂੰ ਸ਼ਰਮ ਵੀ ਆਉਂਦੀ ਹੈ ਕਿ ਇਹ ਕੀ ਹੋ ਰਿਹਾ ਹੈ, ਤੇ ਇੱਕ ਕੰਫਰਟ ਜ਼ੋਨ ਬਣਾਉਣਾ, ਕਿਸੇ ਨਾਲ ਗੱਲ ਕਰਨਾ, ਉਹ ਬਹੁਤ ਜ਼ਿਆਦਾ ਔਖਾ ਹੁੰਦਾ, ਐਟ ਟਾਈਮ ਸਾਡੇ ਲਈ ਬਹੁਤ ਜ਼ਿਆਦਾ ਟਫ ਹੋ ਜਾਂਦਾ, ਔਰ ਮੈਂ ਇਕੱਲੀ ਖੁਦ ਜਾਣਦੀ ਹਾਂ ਡੋਰ ਟੂ ਡੋਰ, ਉਹ ਮੇਰੇ ਲਈ ਹੋਰ ਜ਼ਿਆਦਾ ਔਖਾ ਹੋ ਜਾਂਦਾ। ਐਗਜ਼ੈਕਟਲੀ, ਇੱਥੇ ਇੱਕ ਟੈਬੂ ਬਣ ਚੁੱਕਿਆ ਹੈ ਜਿਹੀਆਂ ਚੀਜ਼ਾਂ ਬਾਰੇ ਗੱਲ ਕਰਨਾ, ਸਪੈਸ਼ਲੀ ਇਨ ਇੰਡੀਆ। ਤੇ ਲੋਕਡਾਊਨ ਦੇ ਵਿੱਚ ਬਹੁਤ ਸਾਰੀ ਵੀਡੀਓ ਸਾਹਮਣੇ ਆਈਆਂ ਸੀਗੀਆਂ ਜਿੱਥੇ ਜਦ ਲੇਬਰ ਕਲਾਸ ਆਪਣੇ ਘਰਾਂ ਨੂੰ ਜਾ ਰਹੇ ਸੀਗੇ ਪੈਦਲ ਚੱਲ ਕੇ, ਸੋ ਆਈ ਹੈਵ ਸੀਨ ਮੋਸਟ ਆਫ ਪੀਪਲ ਕਿ ਉਹਨਾਂ 'ਚ ਪ੍ਰੈਗਨੈਂਟ ਲੇਡੀਜ਼ ਸੀਗੀ, ਕਿਸੇ ਦੇ ਰਸਤੇ ਵਿੱਚ ਡਿਲੀਵਰੀ ਹੋ ਗਈ, ਬੱਚਾ ਮਰ ਗਿਆ, ਕੋਈ ਆਪ ਮਰ ਗਿਆ, ਸੋ ਇਹੋ ਜਿਹੀਆਂ ਚੀਜ਼ਾਂ ਬਹੁਤ ਸਾਹਮਣੇ ਆਉਂਦੀਆਂ ਨੇ, ਐਂਡ ਅਸੀਂ ਹੈਲਪਲੈਸ ਹੁੰਦੇ ਆ, ਅਸੀਂ ਕੁਛ ਨਹੀਂ ਕਿ ਆਈ ਰੀਅਲੀ ਅਪਰੀਸ਼ੀਏਟ ਕਿ ਤੁਸੀਂ ਆਪਣੀ ਕੰਫਰਟ ਜ਼ੋਨ ਤੋਂ ਨਿਕਲ ਕੇ, ਜਿਵੇਂ ਮੈਂ ਇਨੀਸ਼ੀਅਲੀ ਕਿਹਾ, ਯੂ ਡੂਇੰਗ ਸਟਫ, ਤੁਸੀਂ ਅੱਗੇ ਆ ਰਹੇ ਹੋ, ਤੇ ਮੈਂ ਇਹੀ ਚਾਹੁੰਦੀ ਹਾਂ ਵੀ ਇਸ ਜੀ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਇੱਥੋਂ ਜ਼ੀਰਕਪੁਰ ਤੋਂ ਤੁਸੀਂ ਦੇਖੋਗੇ ਇਹਨਾਂ ਦਾ ਬਣਿਆ ਸੀਗਾ ਸੈਂਟਰ ਨਾ, ਕੁਆਰੰਟੀਨ ਸੈਂਟਰ ਬਣਾਇਆ ਗਿਆ ਸੀਗਾ, ਔਰ ਫਿਰ ਉੱਥੇ ਰੋਡਸ ਤੋਂ ਜਾ ਰਹੇ ਸੀਗੇ, ਅੰਬਾਲਾ ਤੱਕ ਪੈਦਲ ਜਾਂਦੇ ਸੀਗੇ ਲੋਕ। ਵੈਨ ਆਈ ਗੋਟ ਟੂ ਨੋ ਆਪਣੇ ਪਾਪਾ ਤੋਂ, ਬ੍ਰਦਰ ਤੋਂ, ਕਿ ਅੱਜ ਬਹੁਤ ਸਾਰੇ ਲੋਕ ਉੱਥੇ ਪੈਦਲ ਜਾ ਰਹੇ ਸੀਗੇ, ਐਂਡ ਦੇ ਵਰ ਹੰਗਰੀ, ਉਹਨਾਂ ਦੇ ਕੋਲ ਕੋਈ ਖਾਣਾ ਨਹੀਂ ਸੀ, ਕੁਛ ਨਹੀਂ ਸੀਗਾ। ਮਾਈ NGO ਵਾਜ਼ ਦਾ ਫਰਸਟ ਵਨ ਟੂ ਸਟਾਰਟ ਇੱਥੇ ਲੰਗਰ, ਜਿਨ੍ਹਾਂ ਨੇ ਪ੍ਰੋਪਰ ਡੇਰਾਬੱਸੀ, ਜ਼ੀਰਕਪੁਰ ਟੂ ਡੇਰਾਬੱਸੀ ਲੰਗਰ ਲਗਾਇਆ ਸੀਗਾ, ਔਰ ਉਹਨਾਂ ਨੂੰ ਉੱਥੇ ਜਾ ਕੇ ਪ੍ਰੋਪਰ ਸਰਵ ਕੀਤਾ ਸੀਗਾ ਫੂਡ, ਐਂਡ ਸਲੋਲੀ ਫਿਰ ਹੌਲੀ ਹੌਲੀ, ਬਿਕਾਜ਼ ਮੈਨੂੰ ਇਹ ਸੀਗਾ ਕਿ ਲੇਬਰਰਸ ਨੇ ਸਾਡੇ ਲਈ ਜਿਨ੍ਹਾਂ ਨੇ ਇੰਨਾ ਕੰਮ ਕੀਤਾ, ਤੇ ਅੱਜ ਉਹ ਇਸ ਕੰਡੀਸ਼ਨ 'ਚ ਨੇ। ਐਂਡ ਦੇਖੋ ਇੱਦਾਂ ਨਹੀਂ ਹੈਗਾ ਕਿ ਸੁਸਾਇਟੀ ਨੇ ਕੰਮ ਨਹੀਂ ਕੀਤਾ, ਬਹੁਤ ਕੰਮ ਕੀਤਾ, ਬਹੁਤ ਐਕਟਿਵਲੀ NGO ਸਾਹਮਣੇ ਆਈਆਂ ਜਿਨ੍ਹਾਂ ਨੇ ਲੰਗਰ ਸੇਵਾ, ਗੁਰਦੁਆਰੇ ਵਾਲਿਆਂ ਦੀ, ਮਤਲਬ ਪ੍ਰਬੰਧਕ ਕਮੇਟੀਜ਼ ਦੇ, ਤੇ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਸੰਭਾਲਿਆ ਉਸ ਟਾਈਮ 'ਤੇ। ਬਟ ਸਟਿਲ ਜਿਨ੍ਹਾਂ ਲੋਕਾਂ ਦੇ ਕੋਲ ਬਹੁਤ ਪੈਸਾ ਹੈ, ਉਹ ਮੈਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਉਹਨਾਂ ਤੋਂ ਮਲਾਲ, ਜਿਵੇਂ ਅਸੀਂ ਕਹਿੰਦੇ ਆ ਨਾ, ਰਹੇਗਾ ਕਿ ਤੁਸੀਂ ਐਕਟਿਵਲੀ ਉਹਨਾਂ ਲੋਕਾਂ ਲਈ ਨਿਕਲ ਕਰ ਨਹੀਂ ਆਏ ਜਦੋਂ ਲੇਬਰਰਸ ਨੂੰ ਜ਼ਰੂਰਤ ਸੀਗੀ। ਜਦੋਂ ਸੋ ਇਸ ਦੇ ਵਿੱਚ ਪੋਲੀਟੀਸ਼ੀਅਨਸ ਤੇ ਸਾਡੇ ਪਬਲਿਕ ਫਿਗਰਸ ਲਈ ਕੀ ਕਹੋਗੇ? ਪੋਲੀਟੀਸ਼ੀਅਨਸ ਤੇ ਪਬਲਿਕ ਫਿਗਰਸ ਲਈ ਮੈਂ ਇਹੀ ਬੋਲਾਂਗੀ ਕਿ ਪਲੀਜ਼ ਹਰ ਵੇਲੇ ਰਾਜਨੀਤੀ ਕਰਨੀ ਜ਼ਰੂਰੀ ਨਹੀਂ ਹੁੰਦੀ, ਕਿਤੇ ਥੋੜ੍ਹੇ ਜਿਹੇ ਆਪਣੇ ਕਰਮਾਂ ਨੂੰ ਜੇ ਅਸੀਂ ਸੁਧਾਰ ਕੇ, ਮੈਨੂੰ ਲੱਗਦਾ ਹੈ COVID-19 ਜਿਹੜਾ ਆਇਆ ਹੈ 2020, ਇਟਸ ਅ ਬਿਗ ਲੈਸਨ ਫॉर ਐਂਟਾਇਰ ਪੋਪੂਲੇਸ਼ਨ, ਹੈ ਨਾ, ਕਿ ਸਾਨੂੰ ਹਿਊਮੈਨਿਟੀ ਨੂੰ ਸਰਵ ਕਰਨਾ ਜ਼ਰੂਰੀ ਹੈ। ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਬੜਾ ਸਾਰਾ ਮੁੱਦਾ ਉੱਠ ਕੇ ਆ ਰਿਹਾ ਸੀਗਾ ਕਿ ਕਾਂਗਰਸ ਵਾਲਿਆਂ ਨੇ ਕਾਂਗਰਸ ਨੂੰ ਖਾਣਾ ਦਿੱਤਾ, BJP ਨੇ BJP ਨੂੰ ਖਾਣਾ ਦਿੱਤਾ, ਸਾਨੂੰ ਨਹੀਂ ਪਤਾ ਕਿੰਨਾ ਸੱਚ ਹੈ ਕਿੰਨਾ ਝੂਠ ਹੈ, ਕਿਉਂਕਿ ਠੀਕ ਹੈ ਹਰ ਪੋਲੀਟੀਸ਼ੀਅਨ ਨੇ ਵੀ ਐਕਟਿਵਲੀ ਵਰਕ ਕੀਤਾ, ਬਟ ਜਿੱਥੇ ਜ਼ਰੂਰਤ ਸੀ ਨਾ ਉੱਥੇ ਵਾਕਈ ਖਾਣਾ ਨਹੀਂ ਪਹੁੰਚਿਆ। ਕਿਉਂਕਿ ਮੇਰੀ ਤਾਂ ਅਸੀਂ ਅੱਖਾਂ ਦੇਖੀ ਇਹ ਚੀਜ਼ ਹੈਗੀ ਜਿਹੜੀ ਅਸੀਂ ਲੋਕਾਂ ਨੇ ਪੋਸਟ ਵੀ ਕੀਤੀ, ਔਰ ਬਹੁਤ ਸਾਰੀ ਪ੍ਰੋਬਲਮ ਆ ਰਹੀਆਂ ਸੀਗੀਆਂ। ਜਿਵੇਂ ਦੇਖੋ ਹੁਣ ਇੱਕ ਪ੍ਰੋਬਲਮ ਇਹ ਮੈਨੂੰ ਬਹੁਤ ਵੱਡੀ ਲੱਗੀ, ਮੈਂ ਆਪਣਾ ਘਰ ਦਾ ਰਾਸ਼ਨ ਲੈਣ ਗਈ ਤੇ ਮੈਨੂੰ 2 ਰਿਕਸ਼ੇ ਵਾਲੇ ਨੇ ਰੋਕਿਆ। ਮੈਂ ਉਹਨਾਂ ਨੂੰ ਰੋਕਿਆ ਪਹਿਲਾਂ, ਮੈਂ ਕਿਹਾ ਭਈਆ ਜੀ ਆਪ मुझे एक बात बताएं, आपके पास खाना पहुंच रहा है? ਕਿਉਂਕਿ ਉਸ ਟਾਈਮ BJP ਵਾਲੇ ਜਿਹੜੇ ਹੈਗੇ ਨੇ ਗਰੁੱਪ ਚੰਡੀਗੜ੍ਹ ਵਿੱਚ, ਉਹ ਬਹੁਤ ਐਕਟਿਵਲੀ ਵਰਕ ਕਰ ਰਹੇ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਰਵਨੀਤ ਜੀ ਤੇ ਤੁਹਾਨੂੰ ਲੱਗੇ ਕਿ ਕੋਈ ਹੈਗਾ ਜਿਹਨੂੰ ਖਾਣਾ ਚਾਹੀਦਾ ਤੇ ਤੁਸੀਂ ਸਾਨੂੰ ਦੱਸਣਾ ਹੈ। ਤੇ ਜਿਵੇਂ ਮੈਂ ਉਹਨਾਂ ਨੂੰ ਦੱਸਦੀ ਸੀ ਕਿ ਇੱਥੇ ਖਾਣਾ ਨਹੀਂ ਪਹੁੰਚਿਆ, ਉਹ ਪਹੁੰਚਾਉਂਦੇ ਸਨ, ਇਹ ਮੰਨਣ ਵਾਲੀ ਗੱਲ ਹੈਗੀ ਆ ਉਹਨਾਂ ਦੀ।
पर ਜਦੋਂ मैं उन्होंने ये पूछा रिक्शे वाले ने, मैं क्या ਤੁਹਾਡੇ ਕੋਲ खाना हैगा राशन, कहते दीदी हम सच बताएं आपको, सुबह हम निकलते हैं खाली भूखे पेट, जब हमारे पास उस टाइम पे राशन होना चाहिए कि हम सुबह कुछ बना कर खा कर हम घर से निकलें, उस टाइम हम लोग भूखे निकलते हैं। बाद में हमारे पास पैकेट आते हैं, ठीक है पैकेट उतना हमारा पेट नहीं भरता, ऑब्वियसली उन्होंने डाइट बहुत ज़्यादा होती है, वी एग्री, ਤੇ ਰਾਤੀ ਵੀ ਸਾਡੇ ਕੋਲ ਆਂਦਾ ਹੈ, ਪਰ ਸਵੇਰ का हम क्या करें, हमारे पास तो उस टाइम खाने के लिए नहीं होता। ਤੇ ਉਸ ਟਾਈਮ ਜਿੱਥੇ ਰਾਸ਼ਨ ਵੰਡਣ ਦੀ ਜ਼ਰੂਰਤ ਸੀ, ਮੈਨੂੰ ਲੱਗਦਾ ਉੱਥੇ ਪੈਕਡ ਫੂਡ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਲੋਕਡਾਊਨ ਦੇ ਟਾਈਮ ਪੀਰੀਅਡ ਵਿੱਚ ਮੈਂ ਤੁਹਾਨੂੰ ਦੱਸਾਂ ਜਦੋਂ ਨਵਾਂ ਸਟਾਰਟ ਹੋਇਆ 3 ਅਪ੍ਰੈਲ ਵਾਸ ਮਾਈ ਬਰਥਡੇ, ਤੇ ਮੈਂ ਹਰ ਬਰਥਡੇ ਆਪਣਾ ਪਿੰਗਲਵਾੜੇ ਹੀ ਸੈਲੀਬ੍ਰੇਟ ਕਰਦੀ ਹਾਂ, ਤੇ ਮੈਂ ਆਪਣਾ ਖਾਣਾ ਬਣਾ ਕੇ ਲੈ ਕੇ ਜਾਂਦੀ ਹਾਂ, ਕੇਕਸ ਵਗੈਰਾ ਉੱਥੇ ਜਾ ਕੇ ਉਹਨਾਂ ਨਾਲ ਹੀ ਸੈਲੀਬ੍ਰੇਟ ਕਰਦੀ ਹਾਂ। ਤੇ ਲੋਕਡਾਊਨ ਹੋਇਆ ਸੀ 3 ਅਪ੍ਰੈਲ ਤੋਂ ਮੈਂ ਸਟਾਰਟ ਕੀਤਾ ਸੀਗਾ, ਤੇ ਮੈਂ ਔਰ ਮੇਰੇ ਮਦਰ ਅਸੀਂ ਦੋਨੋਂ ਘਰ ਖਾਣਾ ਬਣਾਉਂਦੇ ਸੀਗੇ, 100-150 ਬੰਦੇ ਦਾ ਘਰ ਬਣਦਾ ਸੀਗਾ, ਪੈਕ ਕਰਦੇ ਸੀ, ਅਸੀਂ ਡੇਲੀ ਲੈ ਕੇ ਜਾਂਦੇ ਸੀਗੇ। ਠੀਕ ਹੈ ਉਹ ਖਾਣਾ ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਨਹੀਂ ਸੈਟੀਸਫਾਈ ਕਰ ਸਕਦੇ, ਬਟ ਐਟਲੀਸਟ ਮੈਨੂੰ ਲੱਗਦਾ ਹੈ ਕਿ ਛੋਟਾ ਇਨੀਸ਼ੀਏਟਿਵ ਹਰ ਪਾਸੋਂ ਜ਼ਰੂਰੀ ਸੀਗਾ, ਪਰ ਪੋਲੀਟੀਸ਼ੀਅਨਸ ਨੂੰ ਉੱਥੇ ਜ਼ਰੂਰ ਐਕਟਿਵਲੀ ਪਹੁੰਚਣਾ ਚਾਹੀਦਾ ਸੀਗਾ ਜਿੱਥੇ ਜ਼ਰੂਰਤ ਸੀ। ਉੱਥੇ ਮੈਨੂੰ ਲੱਗਦਾ ਨਹੀਂ ਪਹੁੰਚੇ, ਪਰ ਜਿੱਥੇ ਸੈਲਫੀਜ਼ ਦੀ ਜ਼ਰੂਰਤ ਸੀ ਜਾਂ ਜਿੱਥੇ ਅਸੀਂ ਕੈਮਰਾ 'ਚ ਆ ਰਹੇ ਸੀਗੇ ਉੱਥੇ ਜ਼ਰੂਰ ਹੋਇਆ ਹੈ। ਵੈਲ ਰਵਨੀਤ, ਇਸ ਕਨਵਰਸੇਸ਼ਨ ਦੇ ਰਾਹੀਂ ਮੈਂ ਤਾਂ ਇਹੀ ਕਹਾਂਗੀ ਕਿ ਕਵਰੇਜ ਤੁਹਾਨੂੰ ਮਿਲੀ ਤੇ ਉਹ ਜਨਤਾ ਹੈ ਉਹ ਸਭ ਜਾਣਦੀ ਹੈ। ਆਈ ਐਮ ਸ਼ੋਰ ਕੁਛ ਤਾਂ ਪ੍ਰਸ਼ਾਸਨ ਵੱਲੋਂ ਕਿਸੇ ਵੱਲੋਂ ਤੁਹਾਡੇ ਲਈ ਪੋਜ਼ਿਟਿਵ ਜਿਹੜਾ ਰਿਵਿਊ ਜ਼ਰੂਰ ਆਊਗਾ, ਤੇ ਸਭ ਤੋਂ ਬੈਸਟ ਚੀਜ਼ ਜੋ ਮੈਨੂੰ ਲੱਗੀ ਉਹ ਇਹ ਲੱਗੀ ਕਿ ਅੱਜ ਕੱਲ੍ਹ ਦੇ ਟਾਈਮ ਵਿੱਚ ਜਿੱਥੇ ਕੋਈ ਗੱਲ ਵੀ ਨਹੀਂ ਕਰਦਾ ਤੁਸੀਂ ਉਹ ਚੀਜ਼ ਕਰ ਰਹੇ ਹੋ, ਸੈਨੀਟਰੀ ਨੈਪਕਿਨਸ ਐਂਡ ਪ੍ਰੈਗਨੈਂਟ ਵਿਮਨਸ ਦੀ ਤੁਸੀਂ ਹੈਲਪ ਕਰ ਰਹੇ ਹੋ। ਥੈਂਕ ਯੂ ਸੋ ਮਚ ਫॉर दैट, ਤੇ ਅੱਗੇ ਵੀ ਕੋਈ ਹੈਲਪ ਹੋਈ ਤਾਂ ਅਸੀਂ ਜ਼ਰੂਰ ਮਿਲਾਂਗੇ। ਸਤਿ ਸ਼੍ਰੀ ਅਕਾਲ, ਥੈਂਕ ਯੂ। ਵੈਲ ਇਹ ਸੀ ਸਾਡੇ ਨਾਲ ਰਵਨੀਤ, ਜਿਨ੍ਹਾਂ ਦੀਆਂ ਗੱਲਾਂ ਤੁਸੀਂ ਸੁਣੀਆਂ। ਆਹੀ ਕਹੂੰਗੀ ਕਿ ਬਹੁਤ ਚੰਗਾ ਕੰਮ ਕਰ ਰਹੇ ਨੇ, ਜੋ ਕਿ ਮੈਂ ਸਟਾਰਟਿੰਗ ਵਿੱਚ ਕਿਹਾ ਸੀਗਾ ਕਿ ਆਪਣੇ ਲਈ ਹਰ ਕੋਈ ਕਰਦਾ ਹੈ, ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ, ਸਪੈਸ਼ਲੀ ਇਸ ਟਾਈਮ ਦੇ ਵਿੱਚ ਜਦ ਸਾਨੂੰ ਬਹੁਤ ਲੋੜ ਆ। ਕਿਉਂਕਿ ਹਲੇ ਵੀ ਮੈਨੂੰ ਅੱਖਾਂ ਯਾਦ ਆ ਜਦ ਕਰਫਿਊ ਦੇ ਵਿੱਚ ਅਸੀਂ ਬਾਹਰ ਜਾਂਦੇ ਸੀ ਗੱਡੀ ਦੇ ਵਿੱਚ, ਤੇ 15-16 ਬੱਚੇ ਉਹਨਾਂ ਦੇ ਪੈਰੈਂਟਸ ਨਾਲ ਗੱਡੀ ਦੇ ਪਿੱਛੇ ਭੱਜਦੇ ਸੀਗੇ। ਉਹ ਫੀਲਿੰਗ ਸ਼ਾਇਦ ਇਮੈਜਿਨ ਵੀ ਨਹੀਂ ਹੋ ਸਕਦੀ, ਤੇ ਇਹਨਾਂ ਵਰਗੇ ਬੰਦਿਆਂ ਨੇ ਜਿਹੜਾ ਆ ਕੰਮ ਕੀਤਾ, ਤੇ ਸ਼ਾਇਦ ਨਾ ਡਰੇ। ਆਈ ਕੈਨ ਸੇ ਸਭ ਨੂੰ ਪਤਾ ਹੈ ਕਿ ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਹੈ, ਤਾਂ ਵੀ ਇਹ ਕੰਮ ਕਰ ਰਹੇ ਨੇ। ਆਈ ਥਿੰਕ ਇਹੋ ਜਿਹੇ ਬੰਦਿਆਂ ਨੂੰ ਕਵਰੇਜ ਬਹੁਤ ਜ਼ਰੂਰੀ ਆ, ਤੇ ਪ੍ਰਸ਼ਾਸਨ ਵੱਲੋਂ ਕੋਈ ਪੋਜ਼ਿਟਿਵ ਰਿਵਿਊ ਦੀ ਅਸੀਂ ਵੇਟ ਕਰਾਂਗੇ। ਕੈਮਰਾ ਪਰਸਨ ਆਨੰਦ ਦੇ ਨਾਲ ਸੋਨਾਲੀ ਨੇਗੀ, ਸਾਈਨਿੰਗ ਆਫ।